ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਅਸੀਂ ਫੇਰ ਚਰਚਾ ਕਰਾਂਗੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ। ਤੇ ਅੱਜ ਦਾ ਵਿਸ਼ਾ ਰਹੇਗਾ ਇਲੈਕਟ੍ਰੋਪੈਥੀ ਦੇ ਵਿੱਚ ਦਰਦ ਨਿਵਾਰਕ ਦਵਾਈਆਂ। ਯਾਨੀ ਕਿ ਅਕਸਰ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮਰੀਜ਼ਾਂ ਦੇ ਨਾਲ ਜਦੋਂ ਕਦੇ ਵੀ ਗੱਲ ਹੁੰਦੀ ਹੈ ਤਾਂ ਉਹ ਇਹ ਕਹਿੰਦੇ ਨੇ ਵੀ ਅਸੀਂ ਐਲੋਪੈਥੀ ਨੂੰ ਛੱਡਣਾ ਚਾਹੁੰਦੇ ਹਾਂ ਕਿਉਂਕਿ ਉਹਦੇ ਵਿੱਚ ਸਾਈਡ ਇਫੈਕਟ ਬਹੁਤ ਜ਼ਿਆਦਾ ਨੇ। ਪਰ ਉੱਥੋਂ ਫੌਰੀ ਰਾਹਤ ਹੋਣ ਦੀਆਂ ਦਵਾਈਆਂ ਅਜਿਹੀਆਂ ਨੇ, ਮੰਨ ਲਓ ਕਿਸੇ ਚੀਜ਼ ਦੇ ਸਰੀਰ ਦੇ ਅੰਦਰ ਦਰਦ ਹੋ ਰਿਹਾ ਤਾਂ ਅਸੀਂ ਪੇਨ ਕਿਲਰ ਲੈ ਕੇ ਸਾਡਾ ਦਰਦ ਜਿਹੜਾ ਬੰਦ ਹੋ ਜਾਂਦਾ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਨੇ ਉਹ ਹੋਰ ਪੱਧਤੀਆਂ ਦੇ ਵਿੱਚ ਜਿਹੜੀਆਂ ਨੇ ਉਹ ਸਮਝ ਨਹੀਂ ਆਉਂਦੀਆਂ ਵੀ ਕਿੱਥੋਂ ਹੈਗੀਆਂ ਵੀ ਨੇ ਜਾਂ ਨਹੀਂ ਹੈਗੀਆਂ। ਅਤੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੁਣੀ ਵੀ ਦਵਾਈਆਂ ਦਿੰਦੇ ਨੇ, ਇਲੈਕਟ੍ਰੋਪੈਥੀ ਦੀਆਂ ਦਵਾਈਆਂ ਹੁੰਦੀਆਂ ਨੇ ਇਹਦੇ ਵਿੱਚ। ਪਰ ਇਹਦੇ ਵਿੱਚ ਵੀ ਕੀ ਦਰਦ ਨਿਵਾਰਕ ਵੀ ਦਵਾਈਆਂ ਹੁੰਦੀਆਂ ਨੇ ਜਾਂ ਫਿਰ ਇਹ ਬਿਮਾਰੀਆਂ ਨੂੰ ਜੜ੍ਹਾਂ ਤੋਂ ਪੱਟ ਕੇ ਬਾਹਰ ਕੱਢਣ ਦਾ ਕੰਮ ਕਰਦੇ ਨੇ? ਦਰਦ ਹੁੰਦਾ ਤਾਂ ਹੁੰਦਾ ਰਹੇ। ਇਹਦੇ ਲਈ ਲੈ ਕੇ ਜਿਹੜੇ ਲੋਕ ਨੇ ਉਹ ਬਹੁਤ ਘਬਰਾਏ ਹੋਏ ਸੀਗੇ। ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਵੀ ਕੀਤੇ ਸੀਗੇ ਕਿ ਸਾਨੂੰ ਆਹ ਪਰੇਸ਼ਾਨੀ ਆਈ ਹੈ, ਸਾਨੂੰ ਇੱਦਾਂ ਕਰਕੇ ਸਰੀਰ ਦੇ ਵਿੱਚੋਂ ਆਹ ਦਰਦ ਹੋ ਰਿਹਾ, ਇੱਦਾਂ ਹੋ ਰਿਹਾ, ਸਾਡਾ ਦਰਦ ਪਹਿਲਾਂ ਨਾਲੋਂ ਵੱਧ ਗਿਆ। ਤਾਂ ਉਸ ਸੰਬੰਧ ਵਿੱਚ ਅੱਜ ਆਪਾਂ ਚਰਚਾ ਕਰਾਂਗੇ ਕਿ ਜੇਕਰ ਅਜਿਹੀ ਕੋਈ ਐਮਰਜੈਂਸੀ ਹਾਲਾਤ ਪੈਦਾ ਹੁੰਦੇ ਨੇ ਤਾਂ ਉਹਦੇ ਲਈ ਸਾਨੂੰ ਕੀ ਕਰਨਾ ਪੈਣਾ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਦੂਜੀਆਂ ਪੱਧਤੀਆਂ ਦੇ ਵਿੱਚ ਖਾਸ ਕਰ ਆਪਾਂ ਐਲੋਪੈਥੀ ਦੀ ਗੱਲ ਕਰੀਏ ਤਾਂ ਫੌਰੀ ਰਾਹਤ ਦੇਣ ਵਾਲੀਆਂ ਦਵਾਈਆਂ ਬਹੁਤ ਸਾਰੀਆਂ ਨੇ। ਦਰਦ ਹੈ ਤਾਂ ਦਰਦ ਨਿਵਾਰਕ ਦਵਾਈ ਲਗਾ ਸਕਦੇ ਹਾਂ। ਜੇ ਦਵਾਈ ਨਹੀਂ ਖਾਣੀ ਤਾਂ ਉੱਤੇ ਕੋਈ ਟਿਊਬ ਲਗਾ ਸਕਦੇ ਹਾਂ। ਜੇ ਟਿਊਬ ਨਹੀਂ ਹੈ ਤਾਂ ਇੰਜੈਕਸ਼ਨ ਲਵਾ ਸਕਦੇ। ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਨੇ ਜਿਹੜੀਆਂ ਕਿ ਸਾਨੂੰ ਫੌਰੀ ਰਾਹਤ ਦਿੰਦੀਆਂ ਨੇ। ਗੈਸ ਬਣ ਰਹੀ ਹੈ ਤਾਂ ਆਪਾਂ ਗੈਸ ਦੀ ਗੋਲੀ ਲੈ ਸਕਦੇ ਹਾਂ। ਜੇ ਆਪਾਂ ਕੋਈ ਹੋਰ ਪ੍ਰੋਬਲਮ ਆ ਰਹੀ ਹੈ ਤਾਂ ਟੀਕਾ ਲੱਗ ਸਕਦਾ, ਉਹਦਾ ਇੰਜੈਕਸ਼ਨ ਲੱਗ ਸਕਦਾ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹਦੇ ਨਾਲ ਸਾਨੂੰ ਫੌਰੀ ਰਾਹਤ ਮਿਲਦੀ ਹੈ। ਲੇਕਿਨ ਆਪਣੀ ਪੱਧਤੀ ਜਿਹੜੀ ਹੈ ਇਲੈਕਟ੍ਰੋਪੈਥੀ ਦੇ ਵਿੱਚ ਜਿਹੜੀ ਹੈ, ਜਦੋਂ ਦਵਾਈਆਂ ਲੈ ਜਾਂਦੇ ਨੇ ਤਾਂ ਅੰਦਰੋਂ ਬਾਹਰ ਕੱਢਦੀ ਹੈ, ਜੜ੍ਹਾਂ 'ਚੋਂ ਪੱਟ ਕੇ ਜਿਹੜੀ ਬਿਮਾਰੀ ਉਹ ਬਾਹਰ ਸੁੱਟਦੀ ਹੈ। ਅਤੇ ਕਿਸੇ ਵੀ ਚੀਜ਼ ਨੂੰ ਅਗਰ ਆਪਾਂ ਜੜ੍ਹ 'ਚੋਂ ਪੱਟਾਂਗੇ ਤਾਂ ਉਹ ਅੱਗੇ ਹੋਰ ਕਈ ਤਰ੍ਹਾਂ ਦੀ ਜਿਹੜੀਆਂ ਉਹ ਪਰੇਸ਼ਾਨੀਆਂ ਪੈਦਾ ਕਰਦੀ ਹੈ ਸਰੀਰ ਦੇ ਵਿੱਚ। ਅਜਿਹੇ ਹਾਲਾਤਾਂ ਦੇ ਵਿੱਚ ਮਰੀਜ਼ ਜਿਹੜਾ ਉਹ ਘਬਰਾ ਜਾਂਦਾ ਕਿ ਮੈਨੂੰ ਪਤਾ ਨਹੀਂ ਕੀ ਹੋ ਗਿਆ। ਇਹ ਜੇ ਖਾਂਸੀ ਹੈ ਤਾਂ ਮੇਰੀ ਖਾਂਸੀ ਬਹੁਤ ਵੱਧ ਗਈ, ਪਹਿਲਾਂ ਨਾਲੋਂ ਵੱਧ ਗਈ, ਤਾਂ ਕੀ ਕਰਾਂ ਮੈਂ? ਜੇ ਮੇਰਾ ਦਰਦ ਹੈ ਤਾਂ ਉਹ ਪਹਿਲਾਂ ਨਾਲੋਂ ਬਹੁਤ ਵੱਧ ਗਿਆ, ਕੀ ਕਰਾਂ? ਇਹ ਤਾਂ ਦਵਾਈ ਖਰਾਬ ਕਰ ਗਈ ਮੈਨੂੰ। ਅਜਿਹੇ ਹਾਲਾਤਾਂ ਦੇ ਵਿੱਚ ਕੀ ਕਰਨਾ ਚਾਹੋਗੇ? ਦੇਖੋ ਕੁਲਵੰਤ ਜੀ, ਕਿ ਸਾਡਾ ਇੱਕ ਸੁਭਾਅ ਬਣ ਗਿਆ। ਸਾਨੂੰ ਲੱਗਦਾ ਹੈ ਕਿ ਅਸੀਂ ਜਦੋਂ ਵੀ ਕੋਈ ਬਿਮਾਰ ਹੁੰਦੇ ਜਾਂ ਸਾਡੇ ਕੋਈ ਦਰਦ ਹੁੰਦੀ ਆ ਜਾਂ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਕਿ ਪੈਨਿਕ ਹੈ, ਜਿਹਨੂੰ ਅਸੀਂ ਸਹਾਰ ਨਹੀਂ ਪਾ ਰਹੇ, ਤਾਂ ਅਸੀਂ ਇੱਕ ਟੈਬਲੇਟ ਖਾਧੀ, ਉਹ ਦਰਦ ਠੀਕ ਹੋਈ ਤਾਂ ਅਸੀਂ ਮਹਿਸੂਸ ਕਰਦੇ ਮੈਂ ਠੀਕ ਹੋ ਗਿਆ। ਇਹ ਸਾਡੇ ਸੁਭਾਅ ਦਾ ਹਿੱਸਾ ਬਣ ਗਈਆਂ ਚੀਜ਼ਾਂ। ਪਰ ਜਦੋਂ ਆਪਾਂ ਗੱਲ ਕਰੀਏ ਨੈਚੁਰਲ ਹੈਲਥ ਸਾਇੰਸਿਸ ਦੀ, ਇਹਦੇ ਅੰਦਰ ਕੁਦਰਤ ਦਾ ਸਿਧਾਂਤ ਹੀ ਹੁੰਦਾ ਹੈ ਕਿ ਹਰ ਜੋ ਵੀ ਅੰਦਰ ਗੰਦਗੀ ਬਣ ਰਹੀ ਹੈ ਜਾਂ ਕੁਛ ਵੀ ਅੰਦਰ ਰੋਗ ਹੈ, ਉਹਨੂੰ ਦਬਾਉਣਾ ਨਹੀਂ, ਉਲਟਾ ਉਹਨੂੰ ਬਾਹਰ ਕੱਢਣਾ। ਕਿਉਂਕਿ ਉਹਦੀ ਜੜ੍ਹ 'ਤੇ ਕੰਮ ਉਹਨਾਂ ਟਾਈਮ ਹੋ ਹੀ ਨਹੀਂ ਪਾਏਗਾ ਜਿੰਨਾ ਟਾਈਮ ਗੰਦਗੀ ਬਾਹਰ ਨਹੀਂ ਆਏਗੀ, ਉਹਦੇ ਕਾਰਨ ਬਾਹਰ ਨਹੀਂ ਆਉਣਗੇ। ਠੀਕ ਹੈ, ਉਹਦੀ ਜੜ੍ਹ ਨੂੰ ਤਾਂ ਹੀ ਖਤਮ ਕੀਤਾ ਜਾ ਸਕਦਾ। ਸੋ ਨੈਚੁਰਲ ਹੈਲਥ ਸਾਇੰਸਿਸ ਦੇ ਥਰੂ ਜਿੰਨਾ ਵੀ ਜਿਹੜਾ ਵਰਕਆਊਟ ਹੁੰਦਾ ਵਾ, ਉਹਦਾ ਪਹਿਲਾ ਸਿਧਾਂਤ ਹੀ ਹੁੰਦਾ ਕਿ ਦੱਬੇ ਰੋਗ ਨੂੰ ਬਾਹਰ ਕੱਢਣਾ। ਦੂਸਰਾ, ਲੋਕ ਹਮੇਸ਼ਾ ਇੱਕ ਚੀਜ਼ ਅਸੀਂ ਉਹਦੇ ਪੇਸ਼ੈਂਟ ਨਾਲ ਵੀ ਗੱਲ ਕਰਦੇ ਹੁੰਦੇ ਹਾਂ ਕਿ ਸਾਡੇ ਕੋਲ ਜਾਂ ਹੋਰ ਵੀ ਕੋਈ ਜਿੰਨੇ ਵੀ ਨੈਚੁਰਲ ਹੈਲਥ ਸਾਇੰਸਿਸ ਦੇ ਪ੍ਰਮੋਟਰਸ ਨੇ, ਪੈਥੀਜ਼ ਨੇ, ਉੱਥੇ ਇਨਸਾਨ ਕਦੀ ਵੀ ਪਹਿਲੇ ਦਿਨ ਨਹੀਂ ਜਾਂਦਾ। ਹਰ ਇਨਸਾਨ ਟਰਾਈ ਜਿਹੜਾ ਮਤਲਬ ਮੋਸਟਲੀ ਜ਼ਿਆਦਾ ਪਰਸੈਂਟੇਜ ਉਹਨਾਂ ਲੋਕਾਂ ਦੀ ਜਿਹੜੇ ਜਿਵੇਂ ਕੋਈ ਦਰਦ ਹੋਇਆ ਇੰਜੈਕਸ਼ਨ ਲਗਵਾ ਲਿਆ, ਜਿਵੇਂ ਕੋਈ ਸਮੱਸਿਆ ਆਈ ਟੈਬਲੇਟ ਲੈ ਲਈ, ਟੈਂਪਰੇਰੀ ਸੋਲਿਊਸ਼ਨ ਵੱਲ ਅਸੀਂ ਦੌੜ ਜਾਂਦੇ ਹਾਂ। ਔਰ ਜਦੋਂ ਉਸ ਟੈਂਪਰੇਰੀ ਸੋਲਿਊਸ਼ਨ ਨੂੰ ਅਸੀਂ ਵਾਰ-ਵਾਰ ਰਿਪੀਟ ਕਰਦੇ ਹਾਂ ਤਾਂ ਬਾਡੀ ਦੇ ਅੰਦਰ ਵਾਰ-ਵਾਰ ਉਹ ਇੱਕ ਜਿਹੜਾ ਲੱਛਣ ਸੀ ਉਹਨੂੰ ਦਬਾਇਆ ਜਾ ਰਿਹਾ, ਕੰਪਰੈਸ ਕੀਤਾ ਜਾ ਰਿਹਾ। ਜਦੋਂ ਨੰਬਰ ਆਫ ਦੇ ਵਿੱਚ ਹੋ ਜਾਂਦਾ, ਜ਼ਿਆਦਾ ਮਾਤਰਾ ਦੇ ਵਿੱਚ ਹੋ ਜਾਂਦਾ ਤਾਂ ਉਹ ਇੱਕ ਰੋਗ ਦੀ ਸ਼ਕਲ ਲੈ ਲੈਂਦਾ। ਜਦੋਂ ਰੋਗ ਦੀ ਸ਼ਕਲ ਲੈਂਦਾ ਉਸ ਤੋਂ ਬਾਅਦ ਫਿਰ ਉਹਨੂੰ ਉਸੇ ਹੀ ਪੱਧਤੀ ਦੇ ਵਿੱਚ, ਚਾਹੇ ਉਹ ਐਲੋਪੈਥੀ ਹੈ, ਉਹਦੇ 'ਚ ਅੱਗੇ ਜਾਂਦਾ ਹੈਗਾ, ਕੰਟੀਨਿਊ ਕਰਦਾ, ਅਲੱਗ-ਅਲੱਗ ਹੌਸਪੀਟਲਸ ਦੇ ਵਿੱਚ ਜਾਂਦਾ, ਤਾਂ ਉਹਨੂੰ ਐਡਵਾਈਸ ਕੀਤਾ ਜਾਂਦਾ ਜੀ ਇੱਥੇ ਆਪਰੇਸ਼ਨ ਹੋਏਗਾ ਜਾਂ ਇਹਦਾ ਇਹ ਵਾਲਾ ਇੱਕ ਐਮਰਜੈਂਸੀ ਰਸਤਾ ਆਪਾਂ ਨੂੰ ਕੱਢਣਾ ਪਏਗਾ। ਲੇਕਿਨ ਮੈਂ ਜਿਹੜੀ ਗੱਲ ਦੇ ਉੱਤੇ ਦਰਸ਼ਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹੈਗਾ ਕਿ ਕਿਸੇ ਰੋਗ ਨੂੰ ਦਬਾ ਦੇਣਾ ਕਿਸੇ ਬਿਮਾਰੀ ਦਾ ਇਲਾਜ ਨਹੀਂ ਹੈ, ਹੱਲ ਨਹੀਂ ਹੈ। ਜੇ ਤੁਹਾਨੂੰ ਕੁਛ ਵੀ ਚੀਜ਼ ਫੌਰਨ ਹੀ, ਕਿਉਂਕਿ ਅਸੀਂ ਬਹੁਤ ਇੰਸਟੈਂਟ ਅਤੇ ਫਾਸਟ ਮੰਗ ਰਹੇ ਹਾਂ,
ਪਰ ਕੁਦਰਤ ਐਵੇਂ ਨਹੀਂ ਚੱਲਦੀ, ਕੁਦਰਤ ਦੀ ਸਪੀਡ ਐਵੇਂ ਨਹੀਂ ਹੈ, ਫਾਸਟ ਇੰਸਟੈਂਟ ਨਹੀਂ ਹੈ, ਉਹ ਸਬਰ ਤੇ ਠਹਿਰਾਓ ਵਾਲੀ ਆ ਉਹਦੀ। ਠੀਕ ਹੈ, ਅਗਰ ਉਹ ਇੱਕ ਬੱਚੇ ਨੂੰ ਵੀ ਮਾਂ ਦੇ ਗਰਭ ਦੇ ਵਿੱਚ ਬਣਨ ਦਾ ਟਾਈਮ ਦਿੱਤਾ, ਉਹਨੇ 9 ਮਹੀਨੇ ਦਾ ਟਾਈਮ ਉਹਨੂੰ ਵੀ ਦਿੱਤਾ ਹੋਇਆ। ਠੀਕ ਹੈ, ਤਾਂ ਉਹ ਕੁਦਰਤ ਦਾ ਇੱਕ ਬੜਾ ਸਬਰ ਤੇ ਸੰਤੋਖ ਵਾਲਾ ਇੱਕ ਉਹਦਾ ਫਾਰਮੂਲਾ ਹੈਗਾ। ਸੇਮ ਬਾਡੀ ਦੇ ਉੱਤੇ ਵੀ ਹੈਗਾ, ਲੇਕਿਨ ਅਸੀਂ ਆਪਣੀ ਫਾਸਟ ਦੇ ਚੱਕਰ ਦੇ ਵਿੱਚ ਔਰ ਈਜ਼ੀ ਦੇ ਚੱਕਰ ਦੇ ਵਿੱਚ ਅਸੀਂ ਜਦੋਂ ਭਿਆਨਕ ਕੋਈ ਪੇਨ ਕਿਲਰ ਵੀ ਲੈਂਦੇ ਹੈਗੇ ਆ ਤਾਂ ਉਹ ਰੋਗ ਨੂੰ ਦਬਾਉਂਦੀ ਹੈ, ਜਿਹਦੇ ਸਾਨੂੰ ਅੱਗੇ ਭਿਆਨਕ ਪਰਿਣਾਮ ਦੇਖਣੇ ਨੂੰ ਵੀ ਮਿਲਦੇ ਹੈਗੇ ਆ। ਸੋ ਮੇਨ ਚੀਜ਼ ਇਹੀ ਹੈ ਕਿ ਜਿਹੜੀ ਚੀਜ਼ ਤੁਹਾਨੂੰ ਇੰਸਟੈਂਟ ਰਿਲੀਫ ਦੇ ਰਹੀ ਆ, ਬਿਲਕੁਲ ਇੰਸਟੈਂਟ, ਉਹਦਾ ਮਤਲਬ ਹੀ ਇਹ ਹੈ ਕਿ ਇਹਨੇ ਤੁਹਾਡੇ ਇੱਕ ਹਿੱਸੇ ਨੂੰ, ਤੁਹਾਡੇ ਨਰਵਸ ਸਿਸਟਮ, ਤੁਹਾਡੇ ਇਮਿਊਨਿਟੀ ਸਿਸਟਮ ਤੋਂ ਵਾਂਝਾ ਕਰ ਦਿੱਤਾ ਹੈਗਾ, ਜਿਹਦੇ ਕਰਕੇ ਸਾਨੂੰ ਜਿਹੜੀ ਪੇਨ ਹੋ ਰਹੀ ਹੈ ਉਹ ਫੀਲ ਹੋਣੀ ਸਾਡੇ ਬ੍ਰੇਨ ਨੂੰ ਬੰਦ ਹੋ ਜਾਂਦੀ ਹੈ। ਲੇਕਿਨ ਪੇਨ ਤਾਂ ਅੰਦਰ ਉੱਥੇ ਹੀ ਉਵੇਂ ਹੋ ਰਹੀ ਹੈ। ਠੀਕ ਹੈ, ਇਹਨੂੰ ਅਸੀਂ ਅਕਸਰ ਇੱਕ ਛੋਟੀ ਜਿਹੀ ਸਟੋਰੀ ਨਾਲ ਜਿਹੜੇ ਕਿ ਸਮਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ, ਕਿਉਂਕਿ ਸਟੋਰੀ ਦੇ ਨਾਲ ਹਰ ਬੰਦੇ ਨੂੰ ਗੱਲ ਦਾ ਜਿਹੜਾ ਨਿਚੋੜ ਹੈ ਉਹ ਉਹਦੇ ਤੱਕ ਪਹੁੰਚ ਜਾਂਦਾ ਹੈਗਾ। ਕਿ ਜਿਵੇਂ ਆਪਾਂ ਫੋਰ ਐਗਜ਼ਾਮਪਲ ਆਪਾਂ ਗੱਡੀ ਡਰਾਈਵ ਕਰ ਰਹੇ ਹਾਂ ਆਪਦੀ, ਉਹਦੇ ਡੈਸ਼ਬੋਰਡ ਦੇ ਉੱਪਰ ਇੱਕ ਯੈਲੋ ਲਾਈਟ ਬਲਿੰਕ ਕਰ ਰਹੀ ਹੈ। ਅੱਛਾ, ਗੱਡੀ ਵੀ ਤੁਹਾਡੀ ਅੱਛੀ ਚੱਲ ਰਹੀ ਹੈ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ, ਲੇਕਿਨ ਤੁਹਾਨੂੰ ਪ੍ਰੋਬਲਮ ਹੈ, ਤੁਹਾਡਾ ਦਿਮਾਗ ਵਾਰ-ਵਾਰ ਡਿਸਟਰਬ ਹੋ ਰਿਹਾ ਕਿ ਯੈਲੋ ਲਾਈਟ ਕਿਉਂ ਬਲਿੰਕ ਕਰ ਰਹੀ ਹੈ। ਤੁਸੀਂ ਗੱਡੀ ਨੂੰ ਮਕੈਨਿਕ ਦੇ ਕੋਲ ਲੈ ਕੇ ਜਾ ਰਹੇ ਹੋ ਉੱਥੇ, ਔਰ ਉਹਨੂੰ ਕਹਿੰਦੇ ਹੋ ਭਾਈ ਸਾਹਿਬ ਇਹ ਯੈਲੋ ਲਾਈਟ ਡੈਸ਼ਬੋਰਡ 'ਤੇ ਚੱਲ ਰਹੀ ਹੈ, ਲੇਕਿਨ ਮੈਨੂੰ ਗੱਡੀ ਚੱਲਣ 'ਚ ਕੋਈ ਦਿੱਕਤ ਨਹੀਂ ਹੈ, ਬਟ ਇਹ ਕਿਉਂ, ਕਿਸ ਚੀਜ਼ ਦੀ ਆ? ਤਾਂ ਜਿਵੇਂ ਮਕੈਨਿਕ ਨੇ ਚੈੱਕ ਕੀਤਾ ਕਿ ਇਹ ਯੈਲੋ ਲਾਈਟ ਇਸ ਚੀਜ਼ ਦੀ ਹੈ ਕਿ ਇਹਨਾਂ ਦੇ ਇੰਜਨ ਦਾ ਜਿਹੜਾ ਆਇਲ ਹੈ ਉਹਦੀ ਮਾਤਰਾ ਥੋੜ੍ਹੀ ਜਿਹੀ ਘਟ ਗਈ ਹੈ। ਤਾਂ ਬਟ ਉਹਨੇ ਦੇਖਿਆ ਕਿ ਭਾਈ ਸਾਹਿਬ ਨੂੰ ਤਾਂ ਇਹਦੇ ਬਾਰੇ ਬਿਲਕੁਲ ਪਤਾ ਹੀ ਨਹੀਂ ਹੈ ਵੀ ਇਹ ਯੈਲੋ ਲਾਈਟ ਜਿਹੜੀ ਹੈਗੀ ਆ ਉਹ ਕਿਸ ਚੀਜ਼ ਦੀ ਹੈ। ਤਾਂ ਉਹਨੇ ਦੇਖਿਆ ਕਿ ਮੇਰੇ ਕੋਲ ਇਹਦਾ ਜਿਹੜਾ ਆਇਲ ਹੈ ਉਹ ਵੀ ਨਹੀਂ ਹੈ, ਤਾਂ ਸੁਬਾਹ ਦਾ ਕਸਟਮਰ ਹੈ, ਵਾਪਸ ਵੀ ਨਹੀਂ ਜਾਣ ਦੇਣਾ। ਤਾਂ ਉਹਦੇ ਲਈ ਬੜਾ ਸਿੰਪਲ ਮੈਥਡ ਹੈ, ਉਹ ਕਹਿੰਦਾ ਤਾਰ ਕੱਟ ਦਈਏ। ਭਾਈ ਸਾਹਿਬ ਦੀ ਪ੍ਰੋਬਲਮ ਯੈਲੋ ਲਾਈਟ ਹੈ, ਉਹਨਾਂ ਦੀ ਪ੍ਰੋਬਲਮ ਇਹ ਨਹੀਂ ਹੈਗੀ ਕਿ ਇਹਦੇ 'ਚ ਆਇਲ ਘੱਟ ਹੈ, ਕਿਉਂਕਿ ਉਹਨਾਂ ਨੂੰ ਤਾਂ ਇਹਦੇ ਬਾਰੇ 'ਚ ਪਤਾ ਹੀ ਨਹੀਂ, ਕਿਉਂਕਿ ਉਸ ਲੈਵਲ ਦਾ ਆਇਲ ਅਜੇ ਘਟਿਆ ਹੀ ਨਹੀਂ ਕਿ ਗੱਡੀ ਰੁਕ ਜੇ। ਠੀਕ ਹੈ, ਤਾਂ ਉਹਨੇ ਤਾਰ ਨੂੰ ਕੱਟ ਦਿੱਤਾ ਔਰ ਰੁਪਈਆ 500 ਰੁਪਇਆ ਫੀਸ ਲੈ ਲਈ। ਠੀਕ ਹੈ, ਦੈਨ ਉਹਨੂੰ ਬੋਲਿਆ ਕਿ ਸਰ ਹੁਣ ਤੁਹਾਡੀ ਬਲਿੰਕ ਕਰ ਰਹੀ ਸੀ ਯੈਲੋ ਲਾਈਟ ਉਹ ਬੰਦ ਹੋ ਗਈ। ਅਤੇ ਆਪਾਂ ਵੀ ਦੇਖਿਆ ਜੀ, ਹਾਂਜੀ ਡੈਸ਼ਬੋਰਡ ਤੋਂ ਬਲਿੰਕ ਜਿਹੜੀ ਕਰ ਰਹੀ ਸੀ ਉਹ ਬੰਦ ਹੋ ਗਈ, ਆਪਾਂ ਵੀ ਸੈਟਿਸਫਾਈ ਹੋ ਕੇ ਆ ਗਏ। ਲੇਕਿਨ ਰੂਟ ਕਾਜ਼ ਜਿਹੜੀ ਜੜ ਸੀ ਉਹ ਬਾਹਰ ਲਿਆਂਦੀ ਨਹੀਂ ਗਈ। ਸੋ ਸੇਮ ਹੀ ਇੱਕ ਪ੍ਰੋਸੈਸ ਹੋ ਜਾਂਦਾ ਹੈ ਪੇਨ ਕਿਲਰ ਦੇ ਰੂਪ ਦੇ ਵਿੱਚ। ਜਦੋਂ ਆਪਾਂ ਮੈਡੀਸਨ ਲੈਂਦੇ ਉਹ ਵੀ ਸੇਮ ਪ੍ਰੋਸੈਸ ਹੀ ਹੈ, ਤਾਰ ਨੂੰ ਕੱਟਿਆ ਜਾਂਦਾ, ਜੜ ਉਵੇਂ ਖੜੀ ਰਹਿੰਦੀ ਹੈ। ਠੀਕ ਹੈ, ਜਿਹੜੀ ਬਲਿੰਕ ਕਰ ਰਹੀ, ਬਲਿੰਕ ਦਾ ਮਤਲਬ ਕਿ ਜਿੱਥੇ ਪੇਨ ਹੋ ਰਹੀ ਉਹ ਬਲਿੰਕ ਹੈ, ਇੰਡੀਕੇਸ਼ਨ ਹੈ। ਠੀਕ ਹੈ, ਤਾਂ ਜਦੋਂ ਉਸ ਪੇਨ ਨੂੰ ਰੋਕਣ ਵਾਸਤੇ ਅਸੀਂ ਕੋਈ ਪੇਨ ਕਿਲਰ ਲੈਂਦੇ ਹਾਂ ਤਾਂ ਉਹਨੇ ਤਾਰ ਨੂੰ ਡਿਸਕਨੈਕਟ ਕੀਤਾ ਹੈਗਾ। ਜਿਹੜਾ ਸੁਨੇਹਾ ਪਹੁੰਚਾ ਰਿਹਾ ਦਿਮਾਗ ਨੂੰ, ਜਿਹੜੀ ਤਾਰ ਸੁਨੇਹਾ ਪਹੁੰਚਾ ਰਹੀ ਹੈ ਉਹ ਤਾਰ ਨੂੰ ਬੰਦ ਕਰਤਾ, ਕੱਟਤਾ। ਯੈਸ, ਉਸ ਤਾਰ ਨੂੰ ਕੱਟ ਦਿੱਤਾ, ਲੇਕਿਨ ਬੈਕਐਂਡ ਤੇ ਪੇਨ ਹੋ ਰਹੀ ਹੁੰਦੀ ਹੈ, ਜਿਹਦਾ ਦਬਾਅ ਨਰਵਸ ਸਿਸਟਮ ਤੇ ਪੈ ਰਿਹਾ ਹੁੰਦਾ। ਇਹੀ ਰੀਜ਼ਨ ਜਿਹੜੇ ਲੋਕ ਜ਼ਿਆਦਾ ਪੇਨ ਕਿਲਰ ਲੈਂਦੇ ਉਹ ਸਰੀਰ 'ਚ ਵੀਕਨੈਸ ਬਹੁਤ ਵੱਡੇ ਲੈਵਲ 'ਤੇ ਆ ਜਾਂਦੀ। ਉਸ ਤੋਂ ਬਾਅਦ ਉਹਨੇ ਚੱਲਣਾ ਫਿਰਨਾ ਉੱਠਣਾ ਉਹ ਦਿਨ ਬ ਦਿਨ ਸਰੀਰ ਘਟਦਾ ਜਾਂਦਾ, ਬੰਦਾ ਦਿਨਾਂ ਦੇ ਵਿੱਚ ਹੀ ਘਟ ਜਾਂਦਾ। ਠੀਕ ਹੈ, ਤਾਂ ਇਹੀ ਰੀਜ਼ਨ ਹੈਗਾ। ਸੋ ਇਹਦਾ ਨੇਚਰੋਪੈਥੀ ਦੇ ਅੰਦਰ ਜਾਂ ਹੋਰ ਨੈਚੁਰਲ ਹੈਲਥ ਸਾਇੰਸਿਸ ਦੇ ਵਿੱਚ, ਆਯੁਰਵੇਦਾ ਦੇ ਵਿੱਚ, ਹੋਮੋਪੈਥੀ ਦੇ ਵਿੱਚ, ਇਲੈਕਟ੍ਰੋਪੈਥੀ ਦੇ ਵਿੱਚ ਔਰ ਹੋਰ ਪੱਧਤੀ ਮੈਗਨੀਸ਼ੀਅਮ ਥੈਰੇਪੀ ਦੇ ਵਿੱਚ। ਠੀਕ ਹੈ, ਤਾਂ ਇਹ ਕਾਫੀ ਤਰ੍ਹਾਂ ਦੀਆਂ ਨੈਚੁਰਲ ਹੈਲਥ ਸਾਇੰਸਿਸ ਦਾ ਜਿਹੜਾ ਹਿੱਸਾ ਨੇ ਜਿਹੜੀਆਂ ਪੱਧਤੀਜ਼, ਉਹਨਾਂ ਦੇ ਵਿੱਚ ਵੀ ਆਲਟਰਨੇਟਿਵ ਹਿੱਸੇ ਹੁੰਦੇ ਨੇ। ਲੇਕਿਨ ਫਰਕ ਸਿਰਫ ਇਹ ਹੁੰਦਾ ਹੈ ਕਿ ਉਹਦੇ ਵਿੱਚ ਵੀ ਨੋਰਮਲ ਇਹ ਹੈ ਕਿ ਪੇਨ ਕਿਲਰ ਨੂੰ ਅਸੀਂ ਮੰਨਦੇ ਹੀ ਹਾਂ ਕਿ ਮੈਂ ਹੁਣੇ ਖਾਧੀ ਹੁਣੇ ਰਿਲੀਫ, ਉਹ ਨਹੀਂ। ਲੇਕਿਨ ਜੋ ਵੀ ਨੈਚੁਰਲੀ ਪੱਧਤੀ ਅਸੀਂ ਬਾਡੀ ਨੂੰ ਦੇਵਾਂਗੇ, ਨੈਚੁਰਲੀ ਕੋਈ ਮੈਡੀਸਨ ਅਸੀਂ ਬਾਡੀ ਨੂੰ ਦੇਵਾਂਗੇ, ਉਹਨੇ ਫਿਰ ਵੀ ਕੁਦਰਤੀ ਸਿਧਾਂਤ ਨੂੰ ਫੋਲੋ ਕਰਨਾ ਹੀ ਹੁੰਦਾ। ਔਰ ਉਹਦੇ ਬਾਵਜੂਦ ਵੀ ਜਿਵੇਂ ਕਿ ਅਸੀਂ ਇਲੈਕਟ੍ਰੋਪੈਥੀ ਦੇ ਅੰਦਰ ਕੁਛ ਰੈਮਡੀਜ਼ ਇਸ ਤਰ੍ਹਾਂ ਦੀਆਂ ਨੇ, ਜਿਹੜੇ ਇਹਦੇ ਫਾਊਂਡਰ ਰਹੇ ਨੇ ਕਾਊਂਟ ਸੀਜ਼ਰ ਮੈਟੀ ਜੀ, ਉਹਨਾਂ ਨੇ ਕੁਛ ਇਸ ਤਰ੍ਹਾਂ ਦੇ ਪਲਾਂਟਸ ਜਿਹੜੇ ਕਿ ਫਾਈਂਡ ਆਊਟ ਕੀਤੇ, ਜਿਨ੍ਹਾਂ ਨੂੰ ਅਗਰ ਇਲੈਕਟ੍ਰੋਪੈਥੀ ਦੀ ਫਾਰਮੇਸੀ ਦੇ ਥਰੂ ਅਪਲਾਈ ਕੀਤਾ ਜਾਵੇ, ਪਲੱਸ ਮੈਡੀਸਨਲੀ ਔਰਲੀ ਮਤਲਬ ਮੂੰਹ ਰਾਹੀਂ ਦਿੱਤਾ ਵੀ ਜਾਵੇ, ਤਾਂ ਇੱਕ ਨੈਚੁਰਲ ਪੇਨ ਕਿਲਰ ਦੇ ਰੂਪ ਦੇ ਵਿੱਚ ਉਹ ਸਰੀਰ ਦੇ ਉੱਤੇ ਇੱਕ ਸਹਾਈ ਹੋ ਸਕਦੀ ਹੈ। ਅਤੇ ਉਹ ਨੈਚੁਰਲ ਪੇਨ ਕਿਲਰ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਕਿਸ ਤਰ੍ਹਾਂ ਦੇ ਹੈਗੇ ਨੇ? ਇਲੈਕਟ੍ਰੋਪੈਥੀ ਦੇ ਵਿੱਚ ਉਹ ਨੈਚੁਰਲ ਪੇਨ ਕਿਲਰ, ਕੁਦਰਤੀ ਦਵਾ, ਜਿਹੜਾ ਦਰਦ ਨਿਵਾਰਕ ਜਿਹੜੇ ਨੇ ਉਹ ਕਿੱਦਾਂ ਦੇ ਨੇ? ਜਿਵੇਂ ਇਲੈਕਟ੍ਰੋਪੈਥੀ ਦੇ ਵਿੱਚ ਮੋਸਟਲੀ ਦੇਖੋ ਪੇਨ ਕਿਲਰ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਪੈ ਰਹੀ ਹੈ ਅੱਜ ਦੇ ਸਮੇਂ 'ਤੇ, ਜਿਨ੍ਹਾਂ ਜੋੜਾਂ ਦਾ ਦਰਦ ਹੈ, ਜਿਨ੍ਹਾਂ ਨੂੰ ਸਰਵਾਈਕਲ ਹੈ। ਠੀਕ ਹੈ, ਕਿਉਂਕਿ ਸਰਵਾਈਕਲ ਦੀ ਜਿਹੜੀ ਪੇਨ ਆ ਉਹ ਬਹੁਤ ਜ਼ਿਆਦਾ ਭਿਆਨਕ ਹੁੰਦੀ ਹੈ,
ਚੱਕਰ ਤੱਕ ਬੰਦੇ ਨੂੰ ਆ ਜਾਂਦੇ ਆ ਔਰ ਉਲਟੀਆਂ ਵੋਮਿਟਿੰਗ ਹੋ ਜਾਂਦੀਆਂ ਨੇ, ਹਾਰਟ ਬੀਟ ਤੇਜ਼ ਹੋ ਜਾਂਦੀ ਹੈ ਔਰ ਬੜਾ ਅਨਕੰਫਰਟੇਬਲ ਹੋ ਜਾਂਦਾ ਪਰਸਨ, ਮੈਂਟਲੀ ਵੀ ਉਹ ਸਟ੍ਰੈਸ ਡਿਪਰੈਸ ਹੋ ਜਾਂਦਾ ਹੈ, ਸੁੱਤਾ ਵੀ ਨਹੀਂ ਜਾਂਦਾ ਔਰ ਉੱਠਿਆ ਵੀ ਨਹੀਂ ਜਾਂਦਾ, ਗੱਲਬਾਤ ਹਰ ਚੀਜ਼ ਅਨਕੰਫਰਟੇਬਲ ਹੋ ਜਾਂਦੀ ਹੈ ਲਾਈਫ ਪੂਰੀ ਦੀ ਪੂਰੀ, ਹੱਥ ਪੈਰ ਸੌਣ ਲੱਗ ਪੈਂਦੇ ਨੇ। ਠੀਕ ਹੈ, ਤਾਂ ਇਹ ਸਮੱਸਿਆ ਦੇ ਵਿੱਚ ਜਿਹੜੀਆਂ ਅਸੀਂ ਆਲਰੇਡੀ ਅਪਲਾਈ ਕਰਨ ਵਾਸਤੇ ਰੈਮਡੀਜ਼ ਦਿੰਦੇ ਹਾਂ, ਜਿਹਦੇ ਵਿੱਚ ਰੈੱਡ ਇਲੈਕਟ੍ਰੀਸਿਟੀ ਯੂਜ਼ ਕੀਤੀ ਜਾਂਦੀ ਹੈ। ਲੈਡ ਜਿਹੜੀ ਇਲੈਕਟ੍ਰੀਸਿਟੀ ਹੈ ਇਹਦੇ ਅੰਦਰ ਜਿਹੜੇ ਪਲਾਂਟਸ ਪਾਏ ਜਾਂਦੇ ਨੇ ਉਹ ਨੈਚੁਰਲ ਪੇਨ ਕਿਲਰ ਦਾ ਰੋਲ ਨਿਭਾਉਂਦੇ ਨੇ, ਉਹਨੂੰ ਅਸੀਂ ਅਪਲਾਈ ਕਰਨ ਲਈ ਵੀ ਦਿੰਦੇ ਹਾਂ। ਖਾਸ ਕਰ ਅਸੀਂ ਇੱਕ ਮੱਲਮ ਅਸੀਂ ਤਿਆਰ ਕੀਤੀ ਹੋਈ ਹੈ। ਮੱਲਮ ਵੀ ਤਿਆਰ ਕੀਤੀ ਹੋਈ ਹੈ, ਹਾਲੇ ਤੱਕ ਨਜ਼ਰ ਨਹੀਂ ਆਈ ਮੈਨੂੰ, ਤੁਹਾਡੇ ਪਹਿਲੀ ਵਾਰ ਤੁਸੀਂ ਜ਼ਿਕਰ ਕੀਤਾ। ਜੀ ਅਸੀਂ ਨਹੀਂ, ਉਹ ਸਾਡੇ ਜਿਹੜੇ ਸਰਵਾਈਕਲ ਦੇ ਪੇਸ਼ੈਂਟ ਨੇ ਉਹ ਲੈ ਕੇ ਜਾਂਦੇ ਨੇ, ਉਹ ਅਪਲਾਈ ਕਰਦੇ ਨੇ। ਹਾਂ, ਅਸੀਂ ਮੱਲਮ ਵੀ ਤਿਆਰ ਕੀਤੀ ਹੈ, ਪਲੱਸ ਇਹਦੇ ਨਾਲ ਅਸੀਂ ਮੈਗਨੀਸ਼ੀਅਮ ਥੈਰੇਪੀ ਵੀ ਅਪਲਾਈ ਕਰਨ ਲਈ ਦਿੰਦੇ ਹਾਂ। ਮੈਗਨੀਸ਼ੀਅਮ ਵੀ ਨੈਚੁਰਲੀ ਪੇਨ ਕਿਲਰ ਦਾ ਹੀ ਇੱਕ ਪਾਰਟ ਹੈ। ਠੀਕ ਹੈ, ਔਰ ਮੈਗਨੀਸ਼ੀਅਮ ਵੈਸੇ ਵੀ ਫਾਰਮੇਸੀ ਦੇ ਵਿੱਚ, ਫਾਰਮਾ ਦੇ ਵਿੱਚ, ਠੀਕ ਹੈ, ਫਾਰਮਾਸਿਊਟੀਕਲ ਕੰਪਨੀ ਹੈ, ਉਹ ਮੈਗਨੀਸ਼ੀਅਮ ਨੂੰ ਜਿਹੜਾ ਕਿ ਆਇਨਿਕ ਔਰ ਨੈਚੁਰਲ ਮੈਗਨੀਸ਼ੀਅਮ ਦੀ ਗੱਲ ਕਰ ਰਹੇ ਹਾਂ, ਉਹਨੂੰ ਪੇਨ ਕਿਲਰ ਦੇ ਵਿੱਚ ਐਡ ਕਰਦੇ ਨੇ। ਹਾਂ, ਉਸ ਤੋਂ ਇਲਾਵਾ ਉਹਨਾਂ ਦੇ ਅਲੱਗ ਕੈਮੀਕਲ ਐਡ ਕੀਤੇ ਜਾਂਦੇ ਨੇ, ਤਾਂ ਉਹਨੂੰ ਉੱਥੇ ਵੀ ਯੂਜ਼ ਕਰਦੇ ਨੇ। ਤਾਂ ਅਸੀਂ ਅਗਰ ਉਹ ਯੂਜ਼ ਕਰਕੇ ਇੱਕ ਕੈਮੀਕਲੀ ਪੇਨ ਕਿਲਰ ਬਣਾ ਸਕਦੇ ਨੇ, ਤਾਂ ਆਪਾਂ ਨੂੰ ਤਾਂ ਨੇਚਰ ਨੇ ਦਿੱਤਾ ਹੋਇਆ, ਤਾਂ ਉਹਨੂੰ ਅਸੀਂ ਅਪਲਾਈ ਕਰਨ ਲਈ ਦਿੰਦੇ ਹਾਂ ਮੈਗਨੀਸ਼ੀਅਮ ਥੈਰੇਪੀ ਨੂੰ। ਉਹਨੂੰ ਸਰਵਾਈਕਲ ਦੇ ਉੱਪਰ ਅਪਲਾਈ ਕਰਨ ਲਈ ਦਿੰਦੇ ਹਾਂ। ਈਵਨ ਜਿਨ੍ਹਾਂ ਦੇ ਨੀ ਪੇਨ ਹੈ, ਗੋਡਿਆਂ ਦਾ ਦਰਦ, ਉਹਨਾਂ ਨੂੰ, ਜਿਨ੍ਹਾਂ ਦੇ ਸਪਾਈਨਲ ਕੋਡ, ਰੀੜ ਦੀ ਹੱਡੀ ਤੇ ਲੰਬਰ ਸਪੌਂਡੀਲਾਈਸਿਸ ਹੋ ਜਾਂਦਾ ਹੈ ਜਾਂ ਸਰਵਾਈਕਲ ਸਪੌਂਡੀਲਾਈਸਿਸ ਹੋ ਜਾਂਦਾ, ਉੱਥੇ ਅਪਲਾਈ ਕਰਨ ਵਾਸਤੇ ਅਸੀਂ ਮੈਗਨੀਸ਼ੀਅਮ ਵੀ ਦਿੰਦੇ ਹਾਂ। ਔਰ ਇਲੈਕਟ੍ਰੋ ਰੈਮਡੀਜ਼ ਦੇ ਵਿੱਚ ਵੀ ਅਸੀਂ ਜਿਹੜੀ ਰੈੱਡ ਇਲੈਕਟ੍ਰੀਸਿਟੀ ਦੀ ਆਇੰਟਮੈਂਟ ਬਣਾਈ ਹੋਈ ਹੈ, ਉਹਨੂੰ ਹਾਂਜੀ, ਜਿਹਨੂੰ ਆਪਾਂ ਮੱਲਮ ਕਹਿ ਸਕਦੇ ਹਾਂ, ਉਹਨੂੰ ਅਪਲਾਈ ਕਰਨ ਲਈ ਦਿੰਦੇ ਹੈਗੇ ਔਰ ਬਹੁਤ ਰਿਲੀਫ ਮਿਲਦਾ ਹੈ। ਪਲੱਸ ਜਿਨ੍ਹਾਂ ਦੇ ਜੋੜਾਂ, ਖਾਸ ਕਰ ਗੋਡਿਆਂ ਦੇ ਦਰਦ ਹੈ, ਔਰ ਗੋਡਿਆਂ ਦੇ ਦਰਦ ਦੇ ਉੱਤੇ ਬਹੁਤ ਅੱਛੇ ਰਿਜ਼ਲਟ ਸਾਨੂੰ ਪੇਸ਼ੈਂਟਸ ਨੇ ਆ ਕੇ ਆਪਦੇ ਫੀਡਬੈਕ 'ਚ ਦਿੱਤੇ ਨੇ, ਕਿਉਂਕਿ ਜਿਨ੍ਹਾਂ ਨੂੰ ਗੋਡੇ ਬਦਲਣ ਵਾਸਤੇ ਬੋਲ ਦਿੱਤਾ ਗਿਆ, ਉਹਨਾਂ ਦੇ ਉੱਤੇ ਅਸੀਂ ਔਰਲੀ ਮਤਲਬ ਯੂਜ਼ ਪੀਣ ਵਾਸਤੇ ਵੀ ਅਤੇ ਐਕਸਟਰਨਲੀ ਅਪਲਾਈ ਕਰਨ ਵਾਸਤੇ ਵੀ ਉਹਦੇ ਅਸੀਂ ਹੌਟ ਕੰਪਰੈਸ ਦਿੰਦੇ ਹਾਂ। ਖਾਸ ਕਰਕੇ ਜਿਨ੍ਹਾਂ ਦੇ ਗੋਡਿਆਂ ਦੀ ਸਮੱਸਿਆ, ਉੱਥੇ C4 ਰੈੱਡ ਜਿਹੜੀ ਸਾਡੀ ਇੱਕ ਫਾਰਮੂਲੇਸ਼ਨ ਹੁੰਦੀ ਹੈ ਇਲੈਕਟ੍ਰੋਪੈਥੀ ਦੇ ਮੁਤਾਬਕ, ਉਹਦੀ ਅਸੀਂ ਹੌਟ ਕੰਪਰੈਸ ਦਿੰਦੇ ਹਾਂ, ਉਹਦੀ ਟਕੋਰ ਕਰਨ ਵਾਸਤੇ ਦਿੰਦੇ ਹਾਂ। ਟਕੋਰ ਕਰਨ ਵਾਸਤੇ? ਜੀ। ਕਿਵੇਂ? ਹਾਂ, ਜਿਵੇਂ ਇੱਕ ਗਲਾਸ ਇੱਕ ਪਾਣੀ ਪੂਰਾ ਗਰਮ ਕਰ ਲੈਣਾ, ਉਹਦੇ 'ਚ ਇਹਦੀਆਂ 10 ਡ੍ਰੌਪਸ 10 ਬੂੰਦਾਂ ਆਪਾਂ ਐਡ ਕਰਨੀਆਂ, ਉਸ ਤੋਂ ਬਾਅਦ ਕਾਟਨ ਦਾ ਕੱਪੜਾ ਭਿਗੋ ਲੈਣਾ, ਉਸ ਕੱਪੜੇ ਨੂੰ ਆਪਾਂ ਗੋਡੇ ਦੇ ਉੱਪਰ ਰੱਖਣਾ ਜੀ, 10 ਮਿੰਟ ਸੁਬਾਹ 10 ਮਿੰਟ ਸ਼ਾਮ ਨੂੰ। ਕਿਹੜੀ ਦਵਾਈ ਹੈ? ਉਹਦੀ ਅਸੀਂ ਫਾਰਮੂਲੇਸ਼ਨ ਇੱਥੇ ਹੀ ਬਣਾ ਕੇ ਦਿੰਦੇ ਹਾਂ। ਉਹਦੇ 'ਚ ਜਿਹੜੀ ਇਲੈਕਟ੍ਰੋਪੈਥੀ ਦੀਆਂ ਰੈਮਡੀਜ਼ ਐਡ ਹੁੰਦੀਆਂ ਨੇ, ਜਿਹੜੀ ਉਹਦੇ ਅੰਦਰ ਪੇਟੈਂਟ ਐਡ ਪਾਏ ਜਾਂਦੇ ਨੇ, ਉਸ ਫਾਰਮੂਲੇਸ਼ਨ ਨੂੰ C4 ਰੈੱਡ ਬੋਲ ਦਿੰਦੇ ਹਾਂ ਅਸੀਂ। ਐਜ਼ ਇਲੈਕਟ੍ਰੋ ਹੋਮੋਪੈਥ ਜਿਹੜੇ ਡਾਕਟਰਸ ਨੇ ਉਹਨੂੰ ਇਸ ਤਰੀਕੇ ਨਾਲ ਤਿਆਰ ਕਰਦੇ ਨੇ। ਤਾਂ ਰੈੱਡ ਇਲੈਕਟ੍ਰੀਸਿਟੀ ਇਹ ਨੈਚੁਰਲ ਪੇਨ ਕਿਲਰ ਦਾ ਰੋਲ ਨਿਭਾਉਂਦੀ ਹੈ। ਤਾਂ ਉਹਦੇ ਵਿੱਚ C4 ਜਿਹਦੀ ਮੈਂ ਗੱਲ ਕੀਤੀ ਹੈ, C4 ਉਹ ਹਿੱਸਾ ਹੈ ਜਿੱਥੋਂ ਕੈਲਸ਼ੀਅਮ ਜਿਹੜਾ ਹੈਗਾ ਵਾ, ਹੱਡੀ ਦੇ ਜਿਹੜੇ ਰੋਗ ਨੇ ਉਹਨਾਂ ਦੀ ਰਿਪੇਅਰਿੰਗ ਵਾਸਤੇ ਇਹਨੂੰ ਤਿਆਰ ਕੀਤਾ ਗਿਆ। ਤਾਂ ਹੱਡੀ ਦੀ ਰਿਪੇਅਰਿੰਗ ਵੀ ਹੋ ਗਈ ਅਤੇ ਨਾਲ ਰੈੱਡ ਇਲੈਕਟ੍ਰੀਸਿਟੀ ਅਸੀਂ ਐਡ ਕਰਦੇ ਹਾਂ, ਜਿਹੜੀ ਕਿ ਪੇਨ ਕਿਲਰ ਦਾ ਵੀ ਕੰਮ ਕਰ ਗਈ, ਕਿਉਂਕਿ ਅਲਟੀਮੇਟ ਹੱਡੀ ਤਾਂ ਬਣੀ ਹੋਈ ਹੈ, ਪਰ ਹੱਡੀ ਦੇ ਅੰਦਰ ਪੇਨ ਹੋ ਰਹੀ ਹੈ। ਰੀਜ਼ਨ ਉੱਥੇ ਬਲੱਡ ਸਰਕੂਲੇਸ਼ਨ ਦੀ ਕਮੀ ਹੈ। ਸੈਕਿੰਡ, ਖਾਸ ਕਰ ਨੀ ਦੇ ਵਿੱਚ, ਗੋਡਿਆਂ ਦੇ ਵਿੱਚ ਕੀ ਹੁੰਦਾ ਕਿ ਕਾਰਟਲੇਜ ਵਗੈਰਾ, ਗਰੀਸ ਵਗੈਰਾ ਘਟ ਜਾਂਦਾ ਹੈ, ਔਰ ਡੀਹਾਈਡਰੇਸ਼ਨ ਬੋਡੀ ਹੋਣ ਕਰਕੇ, ਲੀਵਰ ਦਾ ਰੋਗ ਹੋਣ ਕਰਕੇ ਜਾਂ ਕਬਜ਼ ਹੋਣ ਕਰਕੇ, ਇਹ ਸਾਰੇ ਰੋਗ ਜਿਹੜੇ ਨੇ ਇਹ ਡੀਹਾਈਡਰੇਸ਼ਨ ਨਾਲ ਜੁੜੇ ਹੋਏ ਨੇ। ਪਾਣੀ ਦੀ ਕਮੀ ਹੋਣ ਕਰਕੇ ਕਿ ਉਹ ਲਿਕੁਇਡ ਅੰਦਰ ਨਹੀਂ ਪ੍ਰੋਪਰ ਬਣ ਪਾਉਂਦਾ, ਜਿਹਨੂੰ ਆਪਾਂ ਗਰੀਸ ਵੀ ਬੋਲ ਦਿੰਦੇ ਨੇ ਵੀ ਜੀ ਗਰੀਸ ਖਤਮ ਹੋ ਗਿਆ ਤੁਹਾਡੇ ਗੋਡਿਆਂ ਦੇ ਵਿੱਚ। ਤਾਂ ਉਹਦੇ ਵਾਸਤੇ ਜਦੋਂ ਅਸੀਂ C4 ਰੈੱਡ ਦੀ ਹੌਟ ਕੰਪਰੈਸ ਦਿੰਦੇ ਹਾਂ, ਉਹਦੀ ਟਕੋਰ ਕਰਨ ਵਾਸਤੇ ਦਿੰਦੇ ਹਾਂ, ਤਾਂ ਉਸ ਹਿੱਸੇ ਵਿੱਚ ਬਲੱਡ ਇਕੱਠਾ ਹੋ ਜਾਂਦਾ। ਠੀਕ ਹੈ, ਜਦੋਂ ਬਲੱਡ ਇਕੱਠਾ ਸ਼ੁਰੂ ਹੋ ਜਾਂਦਾ ਤਾਂ ਉਸ ਏਰੀਏ ਦੀ ਰਿਪੇਅਰਿੰਗ ਵੀ ਸ਼ੁਰੂ ਹੋ ਜਾਂਦੀ ਹੈ, ਤਾਂ ਪੇਨ ਦੇ ਵਿੱਚ ਉਹਨੂੰ ਰਿਲੀਫ ਵੀ ਮਿਲਦਾ। ਠੀਕ ਹੈ, ਪਲੱਸ ਅਸੀਂ ਇਹਨੂੰ ਨਾਲ ਯੂਜ਼ ਕਰਨ ਵਾਸਤੇ ਦਿੰਦੇ ਹਾਂ, ਤਾਂ ਉਹਨਾਂ ਨੂੰ ਅੱਛੇ ਰਿਜ਼ਲਟ ਵੀ ਆਉਂਦੇ ਆ। ਕਿਉਂਕਿ ਅਸੀਂ ਜਿੰਨੇ ਵੀ ਜੋੜਾ ਦਰਦਾਂ ਦੇ ਪੇਸ਼ੈਂਟ ਨੇ, ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਰੋਗ ਸਮਝਾਉਂਦੇ ਹਾਂ। ਔਰ ਇਹ ਬੜਾ ਇੰਪੋਰਟੈਂਟ ਹੈ, ਜਿੰਨਾ ਟਾਈਮ ਰੋਗੀ ਨੂੰ ਉਹਦੇ ਰੋਗ ਦਾ ਸੁਭਾਅ ਨਹੀਂ ਪਤਾ ਹੋਏਗਾ, ਉਹ ਭਟਕੇਗਾ। ਜਿਵੇਂ ਕਿ ਭਟਕੇ ਦਾ ਮਤਲਬ ਕੀ ਹੁੰਦਾ ਹੈ ਕਿ ਮੰਨ ਲਓ ਆਪਾਂ ਨੂੰ ਸਿਰ ਦਰਦ ਹੋਇਆ, ਤਾਂ ਸਾਨੂੰ ਪਤਾ ਹੈ ਕਿ ਅਸੀਂ ਕੋਈ ਟੈਬਲੇਟ ਲੈ ਲਈ, ਸਿਰ ਦਰਦ ਹਟ ਗਿਆ, ਜਾਂ ਤੁਸੀਂ ਆਰਾਮ ਕਰ ਲਿਆ, ਸਿਰ ਦਰਦ ਹਟ ਗਿਆ, ਕਿਉਂਕਿ ਉਹ ਉਸ ਰੋਗ ਦਾ ਸੁਭਾਅ ਹੀ ਇਹ ਸੀ। ਸਾਡੇ ਐਸਿਡਿਟੀ ਹੋਈ,
ਆਪਾਂ ਕੁਝ ਗਲਤ ਖਾ ਰਹੇ, ਐਸਿਡਿਟੀ ਹੋਈ, ਚੰਗਾ ਸ਼ੁਰੂ ਕਰ ਲਿਆ ਤਾਂ ਐਸਿਡਿਟੀ ਕੰਟਰੋਲ ਹੋ ਗਈ, ਉਸ ਰੋਗ ਦਾ ਸੁਭਾਅ ਹੀ ਹੋਇਆ। ਪਰ ਹੱਡੀ ਦਾ ਰੋਗ ਜਿਹੜਾ ਹੈਗਾ ਇਹ ਸਰੀਰ ਨੂੰ ਲੱਗਦਾ ਵੀ ਅਖੀਰ ਤੇ ਹੈ ਤੇ ਠੀਕ ਵੀ ਸਭ ਤੋਂ ਸਲੋ ਤੇ ਲਾਸਟ ਤੇ ਹੁੰਦਾ ਹੈ। ਇਸ ਸੁਭਾਅ ਦਾ ਸਾਨੂੰ ਸਮਝ ਆਉਣੀ ਚਾਹੀਦੀ ਹੈ। ਨਹੀਂ ਤਾਂ ਕਿਉਂਕਿ ਪੇਸ਼ੈਂਟ ਇਸ ਰੋਗ ਨੂੰ ਸਿਰ ਦਰਦ ਦੇ ਰੋਗ ਦੀ ਤਰ੍ਹਾਂ ਹੀ ਸਮਝ ਰਿਹਾ ਵੀ ਇਹ ਤਾਂ ਮੈਂ ਇਸ ਡਾਕਟਰ ਕੋਲ ਜਾਊਂਗਾ, ਇਹਦੀ ਦਵਾਈ ਖਾਊਂਗਾ ਔਰ ਕੱਲ੍ਹ ਹੀ ਠੀਕ ਹੋ ਜਾਊਂਗਾ। ਠੀਕ ਹੈ, ਉਹਨੂੰ ਇਸ ਤਰ੍ਹਾਂ ਦੇਖ ਰਿਹਾ। ਤਾਂ ਅਸੀਂ ਉਹਨੂੰ ਪਹਿਲਾਂ ਉਹਦੇ ਰੋਗ ਦਾ ਸੁਭਾਅ ਸਮਝਾਉਂਦੇ ਹਾਂ ਵੀ ਇਹ ਜਿਹੜਾ ਤੇਰਾ ਰੋਗ ਆ ਤੇ ਇਸ ਰੋਗ ਦਾ ਸੁਭਾਅ ਇਹ ਸਬਰ ਤੇ ਬੜਾ ਹੀ ਆਹਿਸਤਾ ਵਾਲਾ ਹੈ, ਸਲੋ ਵਾਲਾ ਹੈ, ਤਾਂ ਤੈਨੂੰ ਇਹ ਸਮਝ ਕੇ ਚੱਲਣਾ ਪਏਗਾ। ਉਸ ਤੋਂ ਬਾਅਦ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ ਡਾਕਟਰ ਸਾਹਿਬ, ਮੈਨੂੰ ਪਤਾ ਵਾ ਕਿ ਇਹ ਰੋਗ ਬਹੁਤ ਹੌਲੀ ਠੀਕ ਹੁੰਦਾ ਵਾ। ਫਿਰ ਉਹ ਚੀਜ਼ ਨੂੰ ਜਦੋਂ ਮੰਨ ਲੈਂਦਾ ਦੈਨ ਅਸੀਂ ਫਿਰ ਜਦੋਂ ਰੈਮਡੀਜ਼ ਅਸੀਂ ਦਿੰਦੇ ਉਹਨੂੰ ਇੰਪਲੀਮੈਂਟ ਵੀ ਕਰਦਾ, ਕਿਉਂਕਿ ਉਹਨੇ ਹੁਣ ਮਾਈਂਡ ਨੂੰ ਤਿਆਰ ਕਰ ਲਿਆ ਵੀ ਇਹ ਜਿਹੜਾ ਮੈਂ ਕਾਲਾ ਪੈ ਰਿਹਾ ਵਾਰ-ਵਾਰ 15 ਦਿਨ ਬਾਅਦ ਡਾਕਟਰ ਬਦਲ ਦਿੰਦਾ, ਮੈਨੂੰ ਇਸ ਚੀਜ਼ ਤੋਂ ਬਾਹਰ ਆਉਣਾ ਪੈਣਾ ਔਰ ਇੱਕ ਜਗ੍ਹਾ 'ਤੇ ਟਿਕ ਕੇ ਨੈਚੁਰਲੀ ਕੋਈ ਜੇ ਮੈਨੂੰ ਟ੍ਰੀਟਮੈਂਟ ਮਿਲਦਾ ਹੈ ਇੱਕ ਜਗ੍ਹਾ 'ਤੇ ਟਿਕ ਕੇ ਮੈਂ ਲੰਬਾ ਟਾਈਮ ਉਹਨੂੰ ਯੂਜ਼ ਕਰਨਾ ਹੈਗਾ। ਤਾਂ ਫਿਰ ਉਹਨੂੰ ਅਸੀਂ ਪ੍ਰੋਪਰ ਥੈਰੇਪੀਜ਼ ਨਾਲ ਜੋੜਦੇ ਹਾਂ। ਅੱਛਾ, ਖਾਸ ਕਰ ਗੋਡੇ ਦੇ ਦਰਦਾਂ ਦੀ ਗੱਲ ਕਰੀਏ ਜਾਂ ਜੋੜਾ ਦਰਦਾਂ ਦੀ ਗੱਲ ਕਰੀਏ, ਸਪਾਈਨਲ ਰੀੜ੍ਹ ਦੀ ਹੱਡੀ ਦੇ ਦਰਦਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਅਸੀਂ ਇਲੈਕਟ੍ਰੋ ਰੈਮਡੀਜ਼ ਤਾਂ ਦਿੰਦੇ ਹਾਂ ਟਕੋਰ ਕਰਨ ਵਾਸਤੇ ਜਾਂ ਉੱਤੇ ਮੱਲਮ ਦੇ ਰੂਪ 'ਚ ਲਗਾਉਣ ਵਾਸਤੇ। ਤੀਸਰਾ ਅਸੀਂ ਨਾਲ ਮੱਡ ਥੈਰੇਪੀ ਵੀ ਦਿੰਦੇ ਹਾਂ, ਠੀਕ ਆ, ਜਿਹਦੇ ਵਿੱਚ ਮੈਗਨੀਸ਼ੀਅਮ ਥੈਰੇਪੀ ਐਡ ਕਰਕੇ ਉਹ ਉੱਤੇ ਮੱਡ ਵੀ ਅਪਲਾਈ ਕਰਦੇ ਨੇ, ਉਹਦੇ ਬਹੁਤ ਅੱਛੇ ਰਿਜ਼ਲਟ ਆ ਰਹੇ ਨੇ। ਨਮਕ ਨਾਲ ਵੀ ਗੱਲ? ਨਮਕ ਨਾਲ ਅਸੀਂ ਟਕੋਰ ਕਰ ਸਕਦੇ ਹਾਂ। ਆਪਾਂ ਨਮਕ ਦੀ ਤੁਸੀਂ ਗੱਲ ਕੀਤੀ ਹੈ, ਜਿਹੜਾ ਪਿੰਕ ਰੌਕ ਸਾਲਟ ਹੈ ਉਹਨੂੰ ਆਪਾਂ ਤਵੇ 'ਤੇ ਗਰਮ ਕਰਕੇ ਇੱਕ ਕੱਪੜੇ ਦੇ ਵਿੱਚ ਪਾ ਕੇ ਪੋਟਲੀ ਬਣਾ ਕੇ ਤਾਂ ਜਿਨ੍ਹਾਂ ਦੇ ਗੋਡੇ ਦੇ ਦਰਦ ਆ ਗੋਡੇ 'ਤੇ ਰੱਖਣ, ਜਿਨ੍ਹਾਂ ਦੇ ਸਰਵਾਈਕਲ ਦੇ ਇੱਥੇ ਪੇਨ ਨਿਕਲਦੀ ਹੈਗੀ ਆ ਸਰਵਾਈਕਲ ਸਪੌਂਡੀਲਾਈਸਿਸ ਹੈ ਤਾਂ ਉੱਥੇ ਰੱਖਣ ਤਾਂ ਉਹਨਾਂ ਨੂੰ ਉਹ ਉੱਥੇ ਉਹ ਨਮਕ ਵੀ ਨੈਚੁਰਲ ਪੇਨ ਕਿਲਰ ਦਾ ਕੰਮ ਕਰਦਾ ਹੈ। ਮੱਥਾ ਦੁਖ ਰਿਹਾ, ਸਿਰ 'ਚ ਦਰਦ ਹੋ ਰਿਹਾ, ਮਾਈਗ੍ਰੇਨ ਹੈਗਾ, ਉਹਦੇ 'ਚ ਵੀ ਕੋਈ ਹੈ ਆਪਣੇ? ਜੀ, ਮਾਈਗ੍ਰੇਨ ਵਾਲੇ ਵਾਸਤੇ ਅਸੀਂ F2 ਵਾਈਟ ਇਲੈਕਟ੍ਰਿਸਿਟੀ ਵਾਈਟ ਦਾ ਮਤਲਬ ਦੇਖੋ, ਵਾਈਟ ਜਿਹੜਾ ਕਲਰ ਹੈ ਇਹ ਇੱਕ ਆ ਗਿਆ ਬੈਲੈਂਸ ਕਲਰ ਹੈ, ਠੀਕ ਹੈ, ਮਤਲਬ ਸ਼ਾਂਤੀ ਦਾ ਪ੍ਰਤੀਕ ਆ ਗਿਆ। ਤਾਂ ਵਾਈਟ ਨੂੰ ਦਾ ਮਤਲਬ ਇਹ ਹੈ ਕਿਉਂਕਿ ਮੱਥੇ 'ਚ ਦਰਦ ਕਿਉਂ ਹੋ ਰਿਹਾ ਕਿ ਸ਼ਾਂਤੀ ਨਹੀਂ ਹੈ, ਅਸ਼ਾਂਤ ਹੋਇਆ ਪਿਆ, ਉੱਥੇ ਅਸੀਂ ਵਾਈਟ ਇਲੈਕਟ੍ਰਿਸਿਟੀ ਦਾ ਯੂਜ਼ ਕਰਦੇ ਹਾਂ ਤਾਂ ਉਹਨੂੰ ਅਪਲਾਈ ਕਰਨ ਲਈ ਦਿੰਦੇ ਤਾਂ ਉਹਦੇ ਜਿਹੜਾ ਮਾਈਗ੍ਰੇਨ ਦੀ ਸਮੱਸਿਆ ਜਾਂ ਹੈਡੇਕ ਵਗੈਰਾ ਹੈ ਜਾਂ ਸਟ੍ਰੈਸ ਫੀਲ ਕਰ ਰਿਹਾ, ਹੈਵੀਨੈਸ ਫੀਲ ਕਰ ਰਿਹਾ ਸਿਰ ਦੇ ਵਿੱਚ, ਤਾਂ ਉਹ ਅਸ਼ਾਂਤ ਹੋਏ ਮਾਹੌਲ ਨੂੰ ਉਹ ਸ਼ਾਂਤ ਕਰਨ ਵਾਸਤੇ ਫਿਰ ਅਸੀਂ F2 ਜਿਹੜਾ ਕਿ ਨਰਵਸ ਸਿਸਟਮ 'ਤੇ ਕੰਮ ਕਰਦਾ ਹੈ ਔਰ ਵਾਈਟ ਜਿਹੜਾ ਕਿ ਨਿਊਟਰਲ ਕਰਨ ਵਾਸਤੇ। ਨਿਊਟਰਲ ਦਾ ਮਤਲਬ ਜਾਂ ਤਾਂ ਚੀਜ਼ ਬਹੁਤ ਜ਼ਿਆਦਾ ਹਾਈਪਰ ਹੈ ਜਾਂ ਹਾਈਪੋ ਹੈ, ਉਹਨੂੰ ਬੈਲੈਂਸ ਲੈ ਉਹ ਨਿਊਟਰਲ ਕਰ ਲਓ। ਤਾਂ ਨਿਊਟਰਲ ਕਰਨ ਵਾਸਤੇ ਵਾਈਟ ਇਲੈਕਟ੍ਰਿਸਿਟੀ ਅਸੀਂ ਅਪਲਾਈ ਕਰਨ ਲਈ ਦਿੰਦੇ ਹਾਂ, ਉਹਦੇ ਵੀ ਬਹੁਤ ਅੱਛੇ ਰਿਜ਼ਲਟ ਆਉਂਦੇ। ਕੁਛ ਫਾਰਮੂਲੇਸ਼ਨ ਦੀ ਤੁਸੀਂ ਸ਼ੀਸ਼ੀ ਵੀ ਰੱਖੀ ਹੈ, ਇਹ ਥੋੜੀ ਇਹਦੇ ਵਿੱਚ ਇਹ ਅਪਲਾਈ ਕਰਨ ਵਾਸਤੇ ਜਿਨ੍ਹਾਂ ਨੂੰ ਗੋਡਿਆਂ ਦਾ ਦਰਦ ਹੈ ਤਾਂ ਉਹਨਾਂ ਨੂੰ ਟਕੋਰ ਕਰਨ ਵਾਸਤੇ ਅਸੀਂ ਸਪੈਸ਼ਲ ਇਲੈਕਟ੍ਰੋ ਰੈਮਡੀਜ਼ ਤਿਆਰ ਕੀਤੀ ਹੈਗੀ ਹੈ, ਠੀਕ ਹੈ। ਔਰ ਇਹਨੂੰ ਨਾਰਮਲੀ ਹੁੰਦਾ ਹੈ ਕਿ ਇੱਕ ਪ੍ਰੋਡਕਟ ਤਿਆਰ ਕਰ ਦਿੱਤਾ ਜਾਂਦਾ ਹੈ, ਠੀਕ ਹੈ, ਔਰ ਉਹਨੂੰ ਉਸ ਤੋਂ ਬਾਅਦ ਰੱਖ ਦਿੱਤਾ ਜਾਂਦਾ। ਪੇਸ਼ੈਂਟ ਆਇਆ, ਉਹਨੇ ਪ੍ਰੋਡਕਟ ਦਾ ਨਾਮ ਲਿਆ ਜੀ ਮੈਨੂੰ ਉਹ ਦੇ ਦਿਓ ਅਤੇ ਉਹ ਖਰੀਦ ਕੇ ਲੈ ਗਿਆ। ਬਟ ਇਲੈਕਟ੍ਰੋਪੈਥੀ ਦੇ ਵਿੱਚ ਐਵੇਂ ਇਸ ਤਰ੍ਹਾਂ ਕੁਛ ਨਹੀਂ ਹੁੰਦਾ। ਇਹਦੇ ਵਿੱਚ ਅਸੀਂ ਪਹਿਲਾਂ ਸਾਨੂੰ ਪੇਸ਼ੈਂਟ ਦੇ ਨਾਲ ਕੰਸਲਟ ਕਰਨਾ ਹੀ ਮਤਲਬ ਉਹਦੀ ਕਾਉਂਸਲਿੰਗ ਕਰਨੀ ਹੀ ਪੈਂਦੀ ਤਾਂ ਜੋ ਸਾਨੂੰ ਉਹਦਾ ਟੈਂਪਰਾਮੈਂਟ ਰੀਜ਼ਨ ਪਤਾ ਲੱਗੇ, ਉਸ ਕਾਰਨ ਦਾ ਰੀਜ਼ਨ ਪਤਾ ਲੱਗੇ। ਫਿਰ ਉਹਦੇ ਮੁਤਾਬਕ ਇਹਦੇ ਅੰਦਰ ਗ੍ਰੇਡ ਹੁੰਦੇ ਨੇ, ਠੀਕ ਹੈ, ਤਾਂ ਉਹਨੂੰ ਫਿਰ ਉਸ ਗ੍ਰੇਡ ਦੀ ਫਾਰਮੂਲੇਸ਼ਨ ਸੇਮ ਰਹਿੰਦੀ ਹੈ, ਗ੍ਰੇਡ ਚੇਂਜ ਹੋ ਜਾਂਦਾ, ਠੀਕ ਹੈ। ਉਹਦੀ ਜਿਹਨੂੰ ਈਜ਼ੀ ਸਮਝਣਾ ਡਿਗਰੀ ਬੋਲ ਲਓ, ਕਿਸੇ ਚੀਜ਼ ਦੀ ਡਿਗਰੀ ਨੂੰ ਵਧਾ ਲੈਣਾ ਘਟਾ ਲੈਣਾ, ਤਾਂ ਇਹਦੀ ਡਿਗਰੀ ਜਿਹੜੀ ਹੈਗੀ ਆ ਡਿਲੂਸ਼ਨ ਦੀ ਡਿਗਰੀ ਜਿਹੜੀ ਹੈਗੀ ਆ ਉਹਦੇ ਮੁਤਾਬਕ ਫਿਰ ਉਹਨੂੰ ਇਹ ਟਕੋਰ ਕਰਨ ਲਈ ਅਸੀਂ ਦਿੰਦੇ ਹੈਗੇ ਆ। ਤਾਂ ਜਿਵੇਂ ਕਿ ਆਪਾਂ ਦੱਸਿਆ ਹੀ ਹੈਗਾ, ਇੱਕ ਗਲਾਸ ਪਾਣੀ ਗਰਮ ਕਰਕੇ ਉਹਦੇ ਵਿੱਚ 10 ਬੂੰਦਾਂ ਦੀਆਂ ਐਡ ਕਰਕੇ ਕਾਟਨ ਦਾ ਕੱਪੜਾ ਉੱਪਰ ਰੱਖਾਂਗੇ ਔਰ ਰੈਗੂਲਰ 2 ਵਾਰੀ, ਜੇ ਬਹੁਤ ਜ਼ਿਆਦਾ ਦਰਦ ਹੈ ਤਾਂ 3 ਵਾਰੀ, ਠੀਕ ਵੀ ਆਪਾਂ ਇਹਦੀ ਟਕੋਰ ਕਰ ਸਕਦੇ ਹਾਂ। ਈਵਨ ਜਿਹਨਾਂ ਨੂੰ ਸਰਵਾਈਕਲ ਹੈ ਬਹੁਤ ਜ਼ਿਆਦਾ, ਉਹ ਵੈਸੇ ਵੀ ਅਪਲਾਈ ਕਰ ਸਕਦੇ ਨੇ। ਕਿੰਨੀ ਦੇਰ ਲਈ ਉਹਦੇ 'ਤੇ ਟਕੋਰ ਕਰਨੀ? 10-10 ਮਿੰਟ। 10-10 ਮਿੰਟ। ਅਤੇ ਕਿੰਨੇ ਕੁ ਜਿਹੜਾ ਆਰਾਮ ਦੇਣ ਦਾ ਇਹਦੀ ਅੰਦਰ ਪਾਵਰ ਕਿੰਨੀ ਕੁ ਹੈਗੀ ਹੈ ਕਿ ਜਿੰਨੀ ਦੂਜੀਆਂ ਪੇਨ ਕਿਲਰਸ ਦੇ ਉੱਤੇ ਉਹਨੇ ਮੁਕਾਬਲੇ ਆ, ਜਾਂ ਫਿਰ ਇਹਦਾ ਕੁਝ ਤਰੀਕਾ ਹੋਰ ਹੈ? ਇਹਦਾ ਜੋ ਸਾਨੂੰ ਰਿਜ਼ਲਟ ਆ ਉਹ 3 ਤੋਂ 7 ਦਿਨ ਦੇ ਵਿੱਚ ਆ ਜਾਂਦਾ, ਕਿੰਨਾ ਵੀ ਭਿਆਨਕ ਗੋਡਿਆਂ ਦਾ ਦਰਦ ਹੈ। ਰਿਲੀਫ ਤਾਂ ਜੋ ਪੇਸ਼ੈਂਟ ਨੇ ਸਾਨੂੰ ਦੱਸਿਆ, ਕੋਈ ਕਹਿੰਦੇ ਜੀ ਮੈਨੂੰ ਸਾਨੂੰ ਦੂਸਰੇ ਦਿਨ ਤੋਂ ਹੀ ਰਿਲੀਫ ਹੋਣਾ ਸ਼ੁਰੂ ਹੋ ਗਿਆ ਸੀ, ਬਟ ਅਸੀਂ ਫਿਰ ਵੀ 3 ਤੋਂ 7 ਦਿਨ ਦੱਸਦੇ ਕਿ ਅਗਰ ਤੁਸੀਂ ਜੀ ਟਕੋਰ ਕਰਦੇ ਹੋ, ਪਲੱਸ ਨਾਲ ਕੁਝ ਡਿਲੂਸ਼ਨ ਸਾਨੂੰ ਪੀਣ ਵਾਸਤੇ ਵੀ ਦੇਣੇ ਪੈਂਦੇ ਨੇ, ਕਿਉਂਕਿ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਸਾਨੂੰ ਉਹਦੀ ਕਾਉਂਸਲਿੰਗ ਕਰਨੀ ਹੀ ਪੈਂਦੀ ਹੈ। ਫਿਰ ਸਾਨੂੰ ਆਈਡੀਆ ਹੋ ਜਾਂਦਾ ਵੀ ਇਹਦੇ ਵਿੱਚ ਕਮੀ ਕੀ, ਕਾਰਨ ਕੀ ਹੈ, ਉਹਦੀ ਕਮੀ ਨੂੰ ਪੂਰਤੀ ਕਰਨ ਲਈ ਅਸੀਂ ਪੀਣ ਲਈ ਦਿੰਦੇ ਹਾਂ। ਔਰ ਜਿਹੜੀ ਐਕਸਟਰਨਲੀ ਜੋ ਵਰਕ ਹੁੰਦਾ ਖਾਸ ਕਰ ਕਿਉਂਕਿ ਹੱਡੀ ਹੈ ਨਾ, ਜਿਹੜੀ ਹੱਡੀ ਨੂੰ ਕੋਈ ਡਾਕਟਰ ਨਹੀਂ ਬਣਾ ਕੇ ਦੇ ਸਕਦਾ, ਹੱਡੀ ਸਰੀਰ ਖੁਦ ਬਣਾਉਂਦਾ ਹੈ। ਸਾਡਾ ਕੰਮ ਹੈਗਾ ਵਾ ਸਰੀਰ ਨੂੰ ਰॉ ਮਟੀਰੀਅਲ ਪ੍ਰੋਵਾਈਡ ਕਰਨਾ ਜਿਹੜਾ ਵਾਕਈ ਹੀ ਹੱਡੀ ਦੇ ਸੈੱਲ ਤਿਆਰ ਕਰ ਸਕੇ,
ਠੀਕ ਹੈ। ਔਰ ਸਰੀਰ ਦਾ ਵੀ ਸਿਧਾਂਤ ਹੈ ਉਹ ਉਹਨਾਂ ਚੀਜ਼ਾਂ ਨੂੰ ਹੀ ਵਰਤੇਗਾ ਜਿਹੜੀ ਨੈਚੁਰਲ ਨੇ। ਅਨਨੈਚੁਰਲ ਚੀਜ਼ਾਂ ਨੂੰ ਉਹ ਆਪਦੀ ਵਰਤੋਂ 'ਚ ਨਹੀਂ ਲਿਆ ਪਾਏਗਾ, ਜਿੰਨਾ ਮਰਜ਼ੀ ਕੈਲਸ਼ੀਅਮ ਕਾਰਬੋਨੇਟ ਖਾ ਲਓ, ਠੀਕ ਹੈ, ਉਹ ਨਹੀਂ ਉਹਨੂੰ ਲਿਆ ਪਾਏਗਾ ਕਿਉਂਕਿ ਉਹਨੂੰ ਨਹੀਂ ਸਮਝ ਆਉਂਦਾ। ਉਹਨੂੰ ਨੈਚੁਰਲ ਹੀ ਚੀਜ਼ ਸਮਝ ਆਉਣੀ ਆ ਤਾਂ ਜੋ ਉਹਦੇ ਲੀਵਰ ਨੇ, ਉਹਦੇ ਸਾਡੇ ਥਾਇਰਾਇਡ ਨੇ। ਹੁਣ ਪੈਰਾਥਾਇਰਾਇਡ ਜਿਹੜਾ ਗਲੈਂਡ ਹੈ ਉਹ ਕੈਲਸ਼ੀਅਮ ਦੀ ਜਿਹੜੀ ਤੋਂ ਬੋਨ ਸੈੱਲ ਤਿਆਰ ਕਰਦਾ ਹੈ, ਉਹ ਪੈਰਾਥਾਇਰਾਇਡ ਗਲੈਂਡ ਜਿਹੜਾ ਹੈ, ਠੀਕ ਹੈ। ਤਾਂ ਉਹ ਵਰਕ ਨੈਚੁਰਲੀ ਹੋ ਗਿਆ ਨਾ, ਲੇਕਿਨ ਉਹ ਤਾਂ ਤਿਆਰ ਕਰ ਪਾਏਗਾ ਜੇ ਉਹਦਾ ਰॉ ਮਟੀਰੀਅਲ ਨੈਚੁਰਲ ਹੋਏਗਾ। ਅਨਨੈਚੁਰਲ ਨੂੰ ਤਾਂ ਉਹਨੇ ਡਾਈਜੈਸਟ ਹੀ ਨਹੀਂ ਕਰ ਪਾਉਣਾ ਹੈਗਾ। ਸੋ ਇਸ ਕਰਕੇ ਇਹਦੇ ਅੰਦਰ ਜਿਵੇਂ ਕਿ ਆਲਰੇਡੀ ਆਪਾਂ ਕਈ ਵੀਡੀਓ ਦੱਸਿਆ ਵੀ ਹੈ ਕਿ ਨੈਚੁਰਲ ਰੈਮਡੀਜ਼ ਨੇ ਔਰ ਜਿੰਦਾ ਪਲਾਂਟਸ ਤੋਂ ਤਿਆਰ ਕੀਤੀਆਂ ਜਾਣੀਆਂ ਰੈਮਡੀਜ਼ ਨੇ। ਰੰਗ ਪਾਣੀ ਵਰਗਾ ਹੈ ਪਰ ਪਾਣੀ ਨਹੀਂ ਹੈ, ਅਰਕ ਹੈ। ਔਰ ਇੱਕ ਜਿਵੇਂ ਮੈਂ ਇਹਦੇ 'ਚ ਦੱਸਿਆ ਕਿ C4 ਰੈੱਡ ਹੈ। ਹੁਣ ਰੈੱਡ ਦੇ ਵਿੱਚ 5 ਤੋਂ 6 ਪਲਾਂਟਸ ਨੇ ਇਕੱਲੇ ਰੈੱਡ ਦੇ ਵਿੱਚ, ਤੇ C4 ਦੇ ਵਿੱਚ 9 ਪਲਾਂਟਸ ਨੇ। ਹੁਣ 9 ਤੇ 5 ਕਿੰਨੇ ਹੋ ਗਏ? 14 ਪਲਾਂਟ ਦਾ ਅਰਕ ਹੈ ਇਹਦੇ 'ਚ, ਠੀਕ ਹੈ। ਹੁਣ ਉਸ ਅਰਕ ਨੇ ਵਰਕ ਕਰਨਾ ਹੈ। ਇਹ ਇਹਦੀ ਫਾਰਮੇਸੀ ਟੈਕਨੀਕ ਹੈ ਕਿ ਇਹਦਾ ਐਂਡ ਕਲਰ ਵਾਟਰ ਆ ਜਾਂਦਾ, ਵਾਟਰ ਬੇਸ ਆ ਜਾਂਦਾ, ਠੀਕ ਹੈ। ਲੇਕਿਨ ਇਹ ਪਾਣੀ ਨਹੀਂ ਹੈ। ਇਹ ਜਦੋਂ ਇਹਨੂੰ ਅਪਲਾਈ ਕਰੋਗੇ ਅਸਰ ਤੁਹਾਨੂੰ ਦੱਸੇਗੀ, ਜਦੋਂ ਪੀਓਗੇ ਤਾਂ ਅਸਰ ਦੱਸੇਗੀ। ਥੋੜ੍ਹਾ ਜਿਹਾ ਸਮਝਾਓਗੇ ਬਣਦੀ ਕਿਵੇਂ? ਕਿਉਂਕਿ ਜਦੋਂ ਬਣਾਈ ਜਾਂਦੀ ਹੈ ਪਹਿਲਾਂ ਉਹਨੂੰ ਜਿਹੜੀ ਭਾਫ਼ ਉੱਡ ਕੇ ਜਿਹੜੀ ਠੰਡੀ ਹੁੰਦੀ ਹੈ ਉਹ ਜਿਹੜੀ ਦਵਾਈ ਹੁੰਦੀ ਹੈ ਜੀ। ਇਹਦੇ ਆਲਰੇਡੀ 3 ਤਰ੍ਹਾਂ ਦੇ ਮੈਥਡ ਹੁੰਦੇ ਨੇ। ਆਲਰੇਡੀ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਜਦੋਂ ਪਲਾਂਟਸ ਨੂੰ, ਜਿੰਦਾ ਪਲਾਂਟਸ ਨੂੰ ਲਿਆ ਜਾਂਦਾ, ਉਹਨੂੰ 4 ਤੋਂ 6 ਘੰਟੇ ਅਸੀਂ ਯੂਜ਼ ਕਰਦੇ ਹਾਂ, ਠੀਕ ਹੈ। ਉਹਨੂੰ ਯੂਜ਼ ਕਰਨ ਦੇ ਮੈਥਡ ਦੇ ਵਿੱਚ ਸਭ ਤੋਂ ਪਹਿਲਾਂ ਮੈਥਡ ਹੀ ਇਹ ਆ ਜਾਂਦਾ ਹੈ ਕਿ ਉਹਨੂੰ ਛੋਟੇ ਛੋਟੇ ਪੀਸਸ ਦੇ ਵਿੱਚ ਹਿੱਸੇ 'ਚ ਕੱਟ ਕੇ ਉਹਨੂੰ ਇੱਕ ਕੰਟੇਨਰ ਦੇ ਵਿੱਚ ਪਾਇਆ ਜਾਂਦਾ। ਉਸ ਤੋਂ ਬਾਅਦ ਉਹਦੀ ਜਿਹੜੀ ਭਾਫ਼ ਆ ਇੱਕ ਸਾਈਡ 'ਤੇ ਇਕੱਠੀ ਕੀਤੀ ਜਾਂਦੀ ਹੈ, ਜਿਹੜਾ ਠੋਸ ਹਿੱਸਾ ਵਾ। ਉਸ ਤੋਂ ਬਾਅਦ ਫਿਰ ਉਹਨੂੰ ਇੱਕ ਜਿਹਨੂੰ ਅਸੀਂ ਮਰਕਰੀ ਪਾਰਟ ਕਹਿ ਦਿੰਦੇ, ਜਿਹਦੇ ਵਿੱਚ ਉਹਦਾ ਅਲਕੋਹਲ ਹਿੱਸਾ ਲਿਆ ਜਾਂਦਾ ਹੈਗਾ, ਉਹ ਹਿੱਸਾ ਲਾ ਕੇ ਤੇ ਤੀਸਰੇ ਨੰਬਰ 'ਤੇ ਫਿਰ ਆ ਜਾਂਦਾ ਉਹ ਠੋਸ ਦਾ ਵੀ ਅੱਗੇ ਠੋਸ, ਜਿਹਨੂੰ ਕੈਲਸੀਨੇਸ਼ਨ ਬੋਲ ਦਿੰਦੇ ਅਸੀਂ, ਠੀਕ ਹੈ। ਔਰ ਇਹ ਪੂਰੇ ਦੇ ਪੂਰੇ ਹਿੱਸੇ ਨੂੰ ਯੂਜ਼ ਕੀਤਾ ਜਾਂਦਾ ਹੈ। ਉਹਦੀ ਪਹਿਲੀ ਜਿਹੜੀ ਭਾਫ਼ ਦੇ ਰੂਪ ਦੇ ਵਿੱਚ ਜਿਹੜਾ ਕੰਟੇਨਰ 'ਚ ਨਿਕਲ ਗਿਆ ਉਹ ਲਿਕੁਇਡ ਹੋ ਜਾਂਦਾ ਹੈ। ਠੋਸ ਹਿੱਸੇ ਨੂੰ ਫਿਰ 2 ਵਾਰੀ ਯੂਜ਼ ਕੀਤਾ ਜਾਂਦਾ ਹੈ। ਔਰ ਲਾਸਟ ਦੇ ਵਿੱਚ ਵੀ, ਔਰ ਜਦੋਂ ਇਹਨੂੰ ਠੋਸ ਨੂੰ ਯੂਜ਼ ਕੀਤਾ ਜਾਂਦਾ 600 ਡਿਗਰੀ 'ਤੇ ਗਰਮ ਕੀਤਾ ਜਾਂਦਾ ਉਹਨੂੰ, ਠੀਕ ਹੈ। 600 ਡਿਗਰੀ 'ਤੇ ਉਹ ਵੀ ਕੋਈ 1 ਘੰਟਾ ਨਹੀਂ, 2 ਘੰਟੇ ਨਹੀਂ, ਕਮ ਸੇ ਕਮ 10 ਤੋਂ 15 ਦਿਨ ਤੱਕ ਨੂੰ ਯੂਜ਼ ਕੀਤਾ ਜਾਂਦਾ ਹੈਗਾ, ਠੀਕ ਹੈ। ਤਾਂ ਉਸ ਤੋਂ ਬਾਅਦ ਫਿਰ ਜਾ ਕੇ ਇਹਨਾਂ ਤਿੰਨਾਂ ਨੂੰ ਇਕੱਠਾ ਕੀਤਾ ਜਾਂਦਾ। ਫਿਰ ਉਹਨੂੰ 10 ਵਾਰੀ ਡਿਲਿਊਟ ਕੀਤਾ ਜਾਂਦਾ, ਠੀਕ ਹੈ। 10 ਵਾਰੀ ਡਿਲਿਊਟ ਕਰਨ ਤੋਂ ਬਾਅਦ ਉਹਦੇ ਇੱਕ D3 ਡਿਲਿਊਸ਼ਨ ਦੇ ਵਿੱਚ ਉਹਨੂੰ ਤਿਆਰ ਕੀਤਾ ਜਾਂਦਾ। ਫਿਰ ਜਾ ਕੇ ਇਹ ਇੱਕ ਵਾਟਰ ਕਲਰ ਦੇ ਵਿੱਚ ਬਣ ਜਾਂਦੀ ਹੈ। ਸੋ ਇਹਦੀ ਫਾਰਮੇਸੀ ਦਾ ਪਾਰਟ ਹੈਗਾ। ਸੋ ਬੜੇ ਹੀ ਨੈਚੁਰਲ ਔਰ ਬਹੁਤ ਹੀ ਅਲਟੀਮੇਟ ਸਾਇੰਸ ਹੈ। ਔਰ ਇਹਨੂੰ ਬਕਾਇਦਾ ਸੁਪਰੀਮ ਕੋਰਟ ਨੇ 2010 ਦੇ ਵਿੱਚ ਨੋਟਿਸ ਦੇ ਕੇ ਆਥੋਰਾਈਜ਼, ਇਹਦੇ ਉੱਤੇ ਵੈਸੇ ਗਵਰਨਮੈਂਟ ਰੈਗੂਲੇਟਰੀ ਬਣਾ ਰਹੀ ਹੈ। ਤਾਂ ਕਿਉਂਕਿ 2010 ਤੋਂ ਪਹਿਲਾਂ ਕੁਝ ਇਸ਼ੂ ਸੀ ਇਹਨੂੰ ਲੈ ਕੇ, ਕਿਉਂਕਿ ਇਹਦੇ ਨਾਲ ਇੱਕ ਵਰਡ ਆ ਜਾਂਦਾ ਸੀ ਹੋਮੋਪੈਥੀ। ਤਾਂ ਹੋਮੋਪੈਥੀ ਜਿਹੜੀ ਕੌਂਸਲ ਹੈ ਉਹਨਾਂ ਨੂੰ ਕੁਛ ਇਤਰਾਜ਼ ਸੀ, ਠੀਕ ਹੈ। ਤਾਂ ਫਿਰ ਜੋ 2010 ਵਿੱਚ ਸੁਪਰੀਮ ਕੋਰਟ ਨੇ ਇਹਦੇ ਉੱਤੇ ਆਰਡਰ ਦਿੱਤੇ ਕਿ ਇਹਦੀ ਡਿਵੈਲਪਮੈਂਟ, ਇਹਦੀ ਪ੍ਰਮੋਸ਼ਨ ਅਤੇ ਰਿਸਰਚ, ਇਹ ਤਿੰਨਾਂ ਚੀਜ਼ਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ। ਇਸ ਟਾਈਮ ਅਸੀਂ ਡਿਵੈਲਪਮੈਂਟ, ਰਿਸਰਚ ਔਰ ਪ੍ਰਮੋਸ਼ਨ ਤਿੰਨਾਂ 'ਤੇ ਹੀ ਕੰਮ ਕਰ ਰਹੇ ਹੈਗੇ ਆ ਗੈਟਿੰਗ। ਤਾਂ ਇਸ ਤਿੰਨਾਂ ਨੂੰ ਸਾਨੂੰ ਲੀਗਲੀ ਤੌਰ 'ਤੇ ਆਥੋਰਾਈਜ਼ ਕੀਤਾ ਹੋਇਆ ਸੁਪਰੀਮ ਕੋਰਟ ਵੱਲੋਂ ਕਿ ਇਹਨਾਂ ਨੂੰ, ਹਾਂ ਸ਼ਰਤ ਹੋਣੀ ਚਾਹੀਦੀ ਕਿ ਜਿਹੜਾ ਇਲੈਕਟ੍ਰੋ ਹੋਮੋਪੈਥ ਹੈ ਉਹ ਨਾਲ ਐਲੋਪੈਥੀ ਦੀ ਪ੍ਰੈਕਟਿਸ ਨਾ ਕਰਦਾ ਹੋਵੇ। ਜੇ ਉਹ ਐਲੋਪੈਥੀ ਦੀ ਪ੍ਰੈਕਟਿਸ ਕਰੇਗਾ ਤਾਂ ਡੈਫੀਨੇਟਲੀ ਉਹ ਕਾਨੂੰਨ ਦੇ ਸਕੰਜੇ 'ਚ ਆ ਜਾਏਗਾ। ਤਾਂ ਉਹ ਇੱਕ ਇਲੀਗਲ ਵਰਕ ਹੋ ਜਾਂਦਾ। ਲੇਕਿਨ ਜਿਹੜੇ ਐਥੀਕਲੀ ਇਲੈਕਟ੍ਰੋ ਹੋਮੋਪੈਥ ਨੇ, ਜਿਹੜੇ ਭਾਵਨਾ ਨਾਲ ਜੁੜੇ ਨੇ, ਜਿਹੜੇ ਵਾਕਈ ਸੇਵਾ ਕਰ ਰਹੇ ਨੇ, ਉਹ ਬਹੁਤ ਅੱਛਾ ਰੋਲ ਆਪੋ ਆਪਣੀ ਜਗ੍ਹਾ 'ਤੇ ਨਿਭਾ ਰਹੇ ਨੇ ਔਰ ਬੜੇ ਅੱਛੇ ਰਿਜ਼ਲਟ ਲੈ ਰਹੇ ਨੇ। ਸੋ ਬਹੁਤ ਘੱਟ ਲੋਕ, ਕਿਉਂਕਿ ਚਲੋ ਰੱਬ ਦੇ ਆਸ਼ੀਰਵਾਦ ਨਾਲ ਆਪਾਂ ਨੂੰ ਸੰਗਤ ਦਾ ਪਿਆਰ ਮਿਲਿਆ ਹੋਇਆ। ਨਿਊਜ਼ ਏਸ਼ੀਆ ਦਾ ਬਹੁਤ ਅੱਛਾ ਉਪਰਾਲਾ ਹੈ। ਤਾਂ ਉਸ ਉਪਰਾਲੇ ਦੇ ਵਿੱਚ ਆਪਾਂ ਵੀ ਥੋੜ੍ਹਾ ਜਿਹਾ, ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਵੀ ਥੋੜ੍ਹਾ ਜਿਹਾ ਹਿੱਸਾ ਪਾ ਰਹੀ ਹੈ। ਤਾਂ ਆਪਣੇ ਕੋਲ ਪਲੇਟਫਾਰਮ ਹੁੰਦਾ ਹੈ ਤਾਂ ਆਪਾਂ ਸੰਗਤ ਤੱਕ ਉਹ ਗੱਲ ਖੁੱਲ੍ਹ ਕੇ ਰੱਖ ਦਿੰਦੇ ਹਾਂ। ਬਟ ਅਲੱਗ-ਅਲੱਗ ਜਗ੍ਹਾ 'ਤੇ ਜਿੱਥੇ ਵੀ ਇਲੈਕਟ੍ਰੋ ਹੋਮੋਪੈਥ ਬੈਠਾ ਹੋਇਆ ਵਾ, ਉਹ ਇਹਨਾਂ ਪ੍ਰਚਾਰ ਨਹੀਂ ਕਈ ਵਾਰੀ ਕਰ ਪਾਉਂਦਾ, ਲੋਕਾਂ ਨੂੰ ਖੁੱਲ੍ਹ ਕੇ ਗੱਲ ਨਹੀਂ ਰੱਖ ਪਾਉਂਦਾ। ਤਾਂ ਉਹ ਇੱਕ ਸੇਵਾ ਦੇ ਰੂਪ ਦੇ ਵਿੱਚ ਜੇ ਪਰਮੇਸ਼ਰ ਨੇ ਆਪਾਂ ਨੂੰ ਚੁਣਿਆ, ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇਸ ਪੈਥੀ ਦੇ ਪ੍ਰਤੀ ਜਿੰਨੇ ਵੀ ਸਵਾਲ ਨੇ ਲੋਕਾਂ ਦੇ, ਉਹ ਆਪਣੇ ਇਸ ਮਾਧਿਅਮ ਰਾਹੀਂ ਉਹਨਾਂ ਦੇ ਸੋਲਵ ਹੋਣ। ਉਹ ਨੀਅਰ ਡੀਅਰ ਬਹੁਤ ਸਾਰੇ ਜਗ੍ਹਾ 'ਤੇ ਇਲੈਕਟ੍ਰੋ ਹੋਮੋਪੈਥ ਬੈਠੇ ਨੇ, ਉਹਨਾਂ ਤੋਂ ਅਗਰ ਕੋਈ ਟ੍ਰੀਟਮੈਂਟ ਲੈਂਦਾ ਤਾਂ ਵਿਸ਼ਵਾਸ ਨਾਲ ਲਵੇ। ਅੱਛੀ ਪद्धਤੀ ਹੈ, ਕੋਈ ਸਾਈਡ ਇਫੈਕਟ ਨਹੀਂ ਹੈਗਾ ਔਰ ਹਰ ਭਿਆਨਕ ਤੋਂ ਭਿਆਨਕ ਰੋਗ ਨੂੰ ਠੀਕ ਕਰਨ ਦਾ ਮਾਦਾ ਰੱਖਦੀ ਹੈ ਪद्धਤੀ।
ਔਰ ਈਵਨ ਜਿਵੇਂ ਕਿ ਮੈਂ ਤੁਹਾਨੂੰ ਲਾਸਟ ਵੀ ਦੱਸਿਆ ਵੀ ਸੀ, ਆਫ ਕੈਮਰਾ ਵੀ ਇੱਕ ਦਿਨ ਦੱਸਿਆ ਸੀ ਕਿ ਕੋਵਿਡ ਕਾਲ ਦੇ ਵਿੱਚ ਨੀਅਰ ਅਬਾਊਟ 1 ਲੱਖ ਤੋਂ ਪਲੱਸ, ਪੂਰੇ ਨੈਸ਼ਨਲ ਲੈਵਲ ਦੀ ਗੱਲ ਕਰ ਰਿਹਾ ਮੈਂ, ਇੰਡੀਆ ਲੈਵਲ ਦੀ 1 ਲੱਖ ਤੋਂ ਪਲੱਸ ਪੇਸ਼ੈਂਟ ਦੇ ਉੱਤੇ ਇਲੈਕਟ੍ਰੋ ਰੈਮਡੀਜ਼ ਦੇ ਕੁਛ ਪ੍ਰੋਡਕਟਸ ਦਿੱਤੇ ਗਏ, ਜਿਹਦੇ ਨਾਲ ਕੋਵਿਡ ਦਾ ਪੋਜ਼ਿਟਿਵ ਹੋਣਾ ਜਾਂ ਨੈਗੇਟਿਵ ਹੋਣਾ, ਇਹਨਾਂ ਦੋਨਾਂ ਚੀਜ਼ਾਂ 'ਤੇ R&D ਕੀਤੀ ਗਈ ਸੀ। ਔਰ ਉਹਦੇ 'ਚ 80% ਇੰਨੇ ਅੱਛੇ ਰਿਜ਼ਲਟ ਆਏ ਕਿ ਜਿਹੜੇ ਲੋਕ ਇਹ ਰੈਮਡੀਜ਼ ਨੂੰ ਯੂਜ਼ ਕਰ ਰਹੇ ਸੀ, ਉਸੇ ਪਰਿਵਾਰ 'ਚ ਰਹੇ ਸੀ, ਠੀਕ ਹੈ, ਔਰ ਉਸੇ ਪਰਿਵਾਰ 'ਚ ਹੀ 2 ਪੇਸ਼ੈਂਟ ਕੋਵਿਡ ਪੋਜ਼ਿਟਿਵ ਸੀ, ਲੇਕਿਨ ਉਹ ਜਿਹੜੇ ਰੈਮਡੀਜ਼ ਲੈ ਰਹੇ ਸੀ ਉਹਨਾਂ ਦੇ ਵਿੱਚ ਰਹਿੰਦੇ ਹੋਏ ਵੀ ਪੋਜ਼ਿਟਿਵ ਨਹੀਂ ਹੋਏ ਦੁਬਾਰਾ, ਠੀਕ ਹੈ। ਈਵਨ ਕਿ ਜਦੋਂ ਆਪਾਂ ਵੈਕਸੀਨ ਕਰਵਾਉਂਦੇ ਹਾਂ ਤਾਂ ਵੈਕਸੀਨ ਕਰਵਾਉਣ ਦੇ ਬਾਅਦ ਵੀ ਇਹ ਬੋਲਿਆ ਜਾਂਦਾ ਹੈ ਕਿ ਕੋਵਿਡ ਪੋਜ਼ਿਟਿਵ ਹੋ ਸਕਦਾ ਹੈ, ਠੀਕ ਹੈ। ਤਾਂ ਸੋ ਇਹੀ ਫਰਕ ਆ ਜਾਂਦਾ ਹੈ ਨੇਚਰ ਦੀ ਦਿੱਤੀ ਹੋਈ ਵੈਕਸੀਨ ਤੇ ਜਾਂ ਲੈਬ ਦੀ ਦਿੱਤੀ ਹੋਈ ਵੈਕਸੀਨ ਦੇ ਵਿੱਚ। ਨੇਚਰ ਜਦੋਂ ਸਾਨੂੰ ਵੈਕਸੀਨ ਕਰਦੀ ਹੈ ਉਹਦਾ ਸਾਡੇ ਸਰੀਰ ਨੂੰ ਵੀ ਨਹੀਂ ਪਤਾ ਲੱਗਦਾ, ਸਾਨੂੰ ਪ੍ਰੋਟੈਕਸ਼ਨ ਦੇ ਕੇ ਚਲੇ ਜਾਂਦੀ ਹੈ, ਠੀਕ ਹੈ। ਲੇਕਿਨ ਜਦੋਂ ਆਪਾਂ ਕੋਈ ਆਰਟੀਫਿਸ਼ੀਅਲ ਵੈਕਸੀਨ ਕਰਦੇ ਹਾਂ ਤੇ ਉਹਦੇ ਇਫੈਕਟ, ਸਾਈਡ ਇਫੈਕਟ ਦੋਨੋਂ ਹੀ ਸਾਨੂੰ ਨਾਲ ਮੰਨ ਕੇ ਚੱਲਣੇ ਪੈਂਦੇ ਹੈਗੇ। ਸੋ ਇਹ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਪੱਧਤੀ ਨੇ, ਆਯੁਰਵੇਦਾ ਦੇ ਵਿੱਚ ਵੀ ਬਹੁਤ ਕੁਝ ਅੱਛਾ ਹੈਗਾ, ਔਰ ਕੋਵਿਡ ਦੇ ਵਿੱਚ ਆਯੁਰਵੇਦਾ ਦੀ ਵੀ ਵਲੰਟੀਅਰਸ ਨੇ ਬਹੁਤ ਅੱਛਾ ਕੰਮ ਕੀਤਾ, ਔਰ ਹੋਮੋਪੈਥੀ ਦੇ ਵਿੱਚ ਵੀ ਬਹੁਤ ਅੱਛੀ ਰੈਮਡੀਜ਼ ਨੇ। ਸੋ ਅਲਟੀਮੇਟ ਮੈਸੇਜ ਇਹੀ ਹੈ ਸਭ ਨੂੰ ਕਿ ਨੈਚੁਰਲ ਹੈਲਥ ਸਾਇੰਸਿਸ ਦੇ ਥਰੂ ਆਪਾਂ ਵੱਡੀ ਤੋਂ ਵੱਡੀਆਂ ਸਮੱਸਿਆਵਾਂ ਦਾ ਹੱਲ, ਕ੍ਰੋਨਿਕਲ ਤੋਂ ਕ੍ਰੋਨਿਕਲ ਸਮੱਸਿਆਵਾਂ ਦਾ ਹੱਲ, ਭਿਆਨਕ ਤੋਂ ਭਿਆਨਕ ਮਹਾਮਾਰੀ ਪੈਂਡੇਮੈਟਿਕਸ ਜਿਹੜੀਆਂ ਨੇ ਉਹਨਾਂ ਨੂੰ, ਮਹਾਮਾਰੀਆਂ ਨੂੰ ਦਾ ਸਾਹਮਣਾ ਆਪਾਂ ਕਰ ਸਕਦੇ ਹੈਗੇ। ਡਾਕਟਰ ਸਾਹਿਬ, ਜੇਕਰ ਆਈਏ ਆਪਾਂ ਲਾਸਟ ਦੇ ਵਿੱਚ ਕਿ ਜਿਹੜੇ ਨੈਚੁਰਲ ਪੇਨ ਕਿਲਰ ਜਿਹੜੇ ਤੁਸੀਂ ਦੱਸੇ ਨੇ, ਤੁਹਾਡੀ ਜਿਹੜੀ ਫਾਰਮੂਲੇਸ਼ਨ ਦੇ ਵਿੱਚ ਦੱਸੇ ਨੇ, ਇਹ ਨਾਲ ਇਹ ਪੇਨ ਕਿਲਰ ਦਾ ਕੰਮ ਕਰਨਗੇ, ਨਾਲ ਬਿਮਾਰੀ ਨੂੰ ਜੜ ਚੋਂ ਬਾਹਰ ਕੱਢਣ ਦਾ ਵੀ ਕੰਮ ਕਰਨਗੇ, ਜਾਂ ਫਿਰ ਸਿਰਫ ਪੇਨ ਬੰਦ ਕਰ ਦੇਣਗੇ ਤੇ ਜੋ ਬਿਮਾਰੀ ਜਿਹੜੀ ਆ ਉਹਦੇ ਲਈ ਦਵਾਈ ਕੋਈ ਹੋਰ ਦੇਣੀ ਪੈ ਰਹੀ ਹੈ? ਉਹਦੇ ਹੱਲ ਵਾਸਤੇ ਹੀ ਅਸੀਂ ਨਾਲ ਔਰਲੀ ਯੂਜ਼ ਕਰਨ ਲਈ ਦਿੰਦੇ ਹੈਗੇ ਆ, ਤਾਂ ਜੋ ਜਿਹੜੀ ਕਮੀ ਆ, ਅੰਦਰੂਨੀ ਕਮੀ ਆ, ਉਹ ਜੜ 'ਤੇ ਹੌਟ ਕੰਪਰੈਸ ਦਿੱਤਾ ਹੀ ਇਸੇ ਕਰਕੇ ਜਾਂਦਾ ਕਿ ਉਹਨੂੰ ਇੱਕ ਵਾਰੀ ਇੰਸਟੈਂਟਲੀ ਪੇਸ਼ੈਂਟ ਨੂੰ ਰਿਲੀਫ ਆ ਸਕੇ, ਠੀਕ ਹੈ। ਤਾਂ ਉਹ ਜਦੋਂ ਬਹੁਤ ਜਲਦੀ ਰਿਲੀਫ ਆਏਗਾ ਤਾਂ ਉਹ ਇੱਕ ਹੈਲਪ ਹੁੰਦੀ ਆ ਹਰ ਪੇਸ਼ੈਂਟ ਦੀ ਕਿ ਉਹ ਲੰਬਾ ਟਾਈਮ ਜੁੜਿਆ ਰਹਿੰਦਾ ਹੈਗਾ, ਠੀਕ ਹੈ। ਤਾਂ ਉਹ ਕਹਿੰਦੇ ਡਾਕਟਰ ਸਾਹਿਬ ਦਰਦ ਬਹੁਤ ਹੁੰਦੀ ਆ, ਤੁਹਾਨੂੰ ਕਿਹਾ ਜਾਂਦਾ ਕਿ 2-3 ਦਿਨ ਟਕੋਰ ਲਗਾਤਾਰ ਕਰੋਗੇ ਤਾਂ ਤੁਹਾਨੂੰ ਰਿਲੀਫ ਆਏਗਾ। ਤਾਂ ਦੂਸਰੇ ਤੀਸਰੇ ਦਿਨ ਨੂੰ ਰਿਲੀਫ ਆਉਣ ਲੱਗ ਪੈਂਦਾ ਤੇ ਇੱਕ ਤਾਂ ਉਹਦਾ ਵਿਸ਼ਵਾਸ ਬਣ ਜਾਂਦਾ ਵੀ ਹਾਂ ਮੈਨੂੰ ਇਹਦੇ ਨਾਲ ਵੀ ਰਿਲੀਫ ਆ ਗਿਆ, ਠੀਕ ਹੈ, ਜਿਹੜਾ ਕਿ ਗੋਲੀ ਖਾ ਕੇ ਆਉਂਦਾ ਸੀ। ਦੂਸਰਾ ਕੀ ਹੁੰਦਾ ਕਿ ਜੇ ਮੰਨ ਲਓ 30% ਵੀ ਪੇਨ ਕੰਟਰੋਲ ਹੋ ਗਈ, 70% ਉਹ ਸਹਿਣ ਲਈ ਤਿਆਰ ਹੋ ਜਾਂਦਾ, ਠੀਕ ਹੈ। ਇਹ ਉਹਦੀ ਵਿਲ ਪਾਵਰ ਅੱਗੇ ਆ ਜਾਂਦੀ ਹੈ। ਤੇ ਬਟ ਜੇ ਉਹ ਵੀ ਨਾ ਰਿਲੀਫ ਮਿਲੇ ਫਿਰ ਉਹਨੂੰ ਕੰਟੀਨਿਊ ਕਰਨਾ ਮੁਸ਼ਕਿਲ ਹੋ ਜਾਂਦਾ। ਬਾਕੀ ਜਿਹੜੀ ਅੰਦਰਲੀ ਕਮੀ ਹੁੰਦੀ ਹੈ, ਜੜ ਹੁੰਦੀ ਆ, ਉਹਦੇ ਲਈ ਫਿਰ ਅਸੀਂ ਨਾਲ ਰੈਮਡੀਜ਼ ਐਡ ਕਰਵਾਉਂਦੇ ਔਰਲੀ ਯੂਜ਼ ਕਰਨ ਵਾਸਤੇ, ਜਿਹੜੀ ਕੋਈ 3 ਟਾਈਮ ਯੂਜ਼ ਕਰਦਾ ਹੈਗਾ। ਡਾਕਟਰ ਸਾਹਿਬ, ਤੁਸੀਂ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਨੈਚੁਰਲ ਪੇਨ, ਕੁਦਰਤੀ ਦਰਦ ਨਿਵਾਰਕ ਜਿਹੜੇ ਤੁਹਾਡੀ ਪੱਧਤੀ ਦੇ ਵਿੱਚ ਦਵਾਈਆਂ ਨੇ, ਇਹਦੇ ਸੰਬੰਧੀ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਔਰ ਨੈਚੁਰਲ ਹੈਲਥ ਸਾਇੰਸਿਸ ਦੇ ਪ੍ਰਤੀ ਆਪਣੇ ਪਰਿਵਾਰ, ਆਪਣੇ ਬੱਚਿਆਂ ਨੂੰ ਜ਼ਰੂਰ ਜਾਗਰੂਕ ਕਰੋ। ਅਗਰ ਇਹਦੇ ਪ੍ਰਤੀ ਅਸੀਂ ਵਿਸ਼ਵਾਸ ਬਣਾਉਣ 'ਚ ਕਾਮਯਾਬ ਹੋ ਗਏ ਤਾਂ ਆਪਾਂ ਆਪਣੀ ਬੱਚਿਆਂ ਦਾ ਅਤੇ ਪੀੜ੍ਹੀਆਂ ਦਾ ਬਹੁਤ ਸਾਰਾ ਪੈਸਾ ਵੇਸਟ ਹੋਣ ਤੋਂ ਬਚਾ ਸਕਦੇ ਹੈਗੇ। ਧੰਨਵਾਦ ਜੀ ਸਰ। ਸੋ ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਸਾਨੂੰ ਇਲੈਕਟ੍ਰੋਪੈਥੀ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਅਜਿਹੀਆਂ ਦਵਾਈਆਂ ਸੰਬੰਧੀ ਜਾਣਕਾਰੀ ਦਿੱਤੀ ਹੈ, ਜਿਹੜੀਆਂ ਕਿ ਦਰਦ ਨਿਵਾਰਕ ਦੇ ਤੌਰ 'ਤੇ ਕੰਮ ਕਰਦੀਆਂ ਨੇ, ਕਿਸ ਤਰੀਕੇ ਨਾਲ ਦਰਦ ਵਾਲੀ ਥਾਂ ਦੇ ਉੱਤੇ ਇਹ ਕੰਮ ਕਰਦੀਆਂ ਨੇ, ਦਰਦ ਨੂੰ ਕਿਸ ਤਰ੍ਹਾਂ ਘਟਾਉਂਦੀਆਂ ਨੇ, ਅਤੇ ਉਹਦੇ ਨਾਲ ਜਿਹੜੀਆਂ ਦਵਾਈਆਂ ਕਿਹੜੀਆਂ ਦਿੱਤੀਆਂ ਜਾਂਦੀਆਂ ਨੇ ਜਿਹਦੇ ਨਾਲ ਬਿਮਾਰੀ ਵੀ ਜੜ 'ਚੋਂ ਨਿਕਲਦੀ ਹੈ ਅਤੇ ਦਰਦ ਵੀ ਜਿਹੜਾ ਘਟਦਾ ਹੈਗਾ। ਕਿਸ ਤਰੀਕੇ ਦੇ ਨਾਲ ਦਵਾਈ ਇਹ ਇਲੈਕਟ੍ਰੋਪੈਥੀ ਦੀਆਂ ਦਵਾਈਆਂ ਜਿਹੜੀਆਂ ਨੇ ਉਹ ਕਿਸ ਤਰੀਕੇ ਨਾਲ ਬਣਦੀਆਂ ਨੇ ਅਤੇ ਕਿਸ ਤਰੀਕੇ ਦੇ ਨਾਲ ਅੱਗੇ ਚੱਲ ਕੇ ਉਹ ਕੰਮ ਕਰਦੀਆਂ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਵੱਧ ਤੋਂ ਵੱਧ ਲੋਕਾਂ ਨੂੰ ਹੋ ਸਕੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।